ਰੋਡ ਟੈਕਸ ਤੇ ਟੋਲ ਟੈਕਸ, ਫਿਰ ਉਹਦਾ ਪੈਮਾਨਾ ਕੀ ਹੈ, ਉਸ ਦਾ ਆਧਾਰ ਕੀ ਹੈ। ਸੋ ਇਹ ਪਹਿਲੂ ਚਰਚਾ ਮੰਗਦੇ ਨੇ ਤੇ ਉਸ ਪਹਿਲੂ ਤੇ ਚਰਚਾ ਕਰਨ ਦੇ ਲਈ ਅਸੀਂ ਪੰਜਾਬ ਟੈਲੀਵਿਜ਼ਨ ਤੇ ਇੱਕ ਵਾਰ ਫਿਰ ਸੀਨੀਅਰ ਪੱਤਰਕਾਰਾਂ ਨੂੰ ਸੱਦਾ ਦਿੱਤਾ ਹੈ। ਮੇਰੇ ਨਾਲ ਪ੍ਰੀਤਾ ਰੁਪਾਲ ਤੇ ਹਮੀਰ ਸਿੰਘ ਜੀ ਨੇ। ਸਵਾਗਤ ਕਰਦੇ ਹਾਂ। ਇਸੇ ਪਹਿਲੂ ਤੇ ਆਉਣਾ ਚਾਹੁੰਦਾ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ ਟੋਲ ਪਲਾਜ਼ੇ ਬੰਦ ਰਹਿੰਦੇ ਨੇ ਤਦ ਉਹ ਲੋਕ ਵੀ ਆਨੰਦ ਲੈਂਦੇ ਨੇ, ਉਹ ਵੀ ਖੁਸ਼ ਹੁੰਦੇ ਨੇ ਜਿਹੜੇ ਖੇਤੀ ਕਾਨੂੰਨਾਂ ਦੇ ਹੱਕ 'ਚ ਸੀ, ਉਹ ਵੀ ਉੱਥੋਂ ਹੀ ਲੰਘਦੇ ਰਹਿੰਦੇ ਨੇ। ਪਰ ਇੱਕ ਵਾਰ ਫਿਰ ਜਦੋਂ ਕਿਸਾਨ ਧਰਨਿਆਂ ਤੇ ਆਉਂਦੇ ਨੇ ਸੜਕਾਂ ਤੇ ਤਦ ਕਹਿੰਦੇ ਜੀ ਲੋਕਾਂ ਨੂੰ ਮੁਸ਼ਕਲ ਹੈ। ਪਰ ਜਦੋਂ ਟੋਲ ਮੁਕਤ ਕਰਾਉਂਦੇ ਨੇ ਤਾਂ ਲੋਕ ਕਹਿੰਦੇ ਆਹ ਫੈਸਲਾ ਸਹੀ ਹੈ। ਸੋ ਇੱਕ ਵਾਰ ਫਿਰ ਕਿਸਾਨਾਂ ਨੇ ਟੋਲਾਂ ਦਾ ਰੁਖ ਕੀਤਾ। ਕੀ ਇਹ ਇਕੱਲੀ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਹੋਰ ਧਿਰਾਂ ਨੂੰ ਵੀ ਇਸ ਦੇ ਵਿੱਚ ਨਾਲ ਭਾਗੀਦਾਰੀ ਹੋਣੀ ਚਾਹੀਦੀ ਹੈ ਕਿ ਟੋਲ ਭਾਈ ਨਹੀਂ ਹੋਣੇ ਚਾਹੀਦੇ? ਦੇਖੋ ਦੀਪਕ ਜੀ, ਸਰਕਾਰਾਂ ਨੇ ਇੱਕ ਆਪਣਾ ਜਿਹੜਾ ਕਲਿਆਣਕਾਰੀ ਇੱਕ ਸਰੂਪ ਸੀਗਾ ਰਾਜ ਦਾ, ਉਹ ਛੱਡ ਕੇ ਪ੍ਰਾਈਵੇਟ ਕੰਪਨੀਆਂ ਦੇ, ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਣ ਦੀ ਜਦੋਂ ਗੱਲ ਕੀਤੀ, ਉਦੋਂ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ। ਤੇ ਇਹ ਦੱਖਣ ਤੋਂ ਸ਼ੁਰੂ ਹੋਇਆ, ਮਹਾਰਾਸ਼ਟਰ ਤੋਂ ਸ਼ੁਰੂ ਹੋਇਆ, ਚੱਲਦਾ ਚੱਲਦਾ ਹੁਣ ਪੂਰੇ ਦੇਸ਼ ਦੇ ਵਿੱਚ ਸੂਬਾ ਸਰਕਾਰਾਂ ਆਪਣੇ ਤਰੀਕੇ ਨਾਲ ਕਰਦੀਆਂ ਨੇ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਹ ਆਪਣੇ ਤਰੀਕੇ ਨਾਲ ਜਿਹੜੇ ਇਹ ਠੇਕੇ ਦਿੰਦੀ ਆ। ਠੀਕ ਹੈ ਨਾ ਜੀ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ, ਇਹ ਸਵਾਲ ਬੜਾ ਜਿਹੜਾ ਹੈਗਾ ਮਹੱਤਵਪੂਰਨ ਹੈ ਕਿ ਕਿਸਾਨ ਟੋਲ ਟੈਕਸ ਕਿਉਂ ਜਿਹੜੇ ਹੈਗੇ ਆ ਖਲਵਾਉਂਦੇ ਆ, ਜਾਂ ਜਿਹੜੇ ਟੋਲ ਗੇਟ ਨੇ ਤੇ ਉਹਨਾਂ ਨੂੰ ਟੋਲ ਮੁਕਤ ਕਿਉਂ ਕਰਾਉਂਦੇ ਆ। ਹਾਲਾਂਕਿ ਕਿਸਾਨਾਂ ਦਾ ਇਹਦੇ ਨਾਲ ਕੋਈ ਸਿੱਧਾ ਹਿੱਤ ਨਹੀਂ, ਕਿਉਂਕਿ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੇ ਤਾਂ ਲੱਗਦਾ ਨਹੀਂ ਤੇ ਹਾਂਜੀ ਵਾਹਨ ਵੀ ਨਹੀਂ ਹੁੰਦੇ। ਪਰ ਕਿਸਾਨ ਵੀ ਇਹ ਗੱਲ ਹੁਣ ਸਮਝ ਚੁੱਕੇ ਨੇ ਕਿ ਜੇ ਕਿਸੇ ਵੀ ਗੱਲ ਨੂੰ ਲੋਕ ਲਹਿਰ ਬਣਾਉਣਾ ਹੈ, ਲੋਕਾਂ ਦੇ ਵਿੱਚ ਜਾਣਾ ਹੈ, ਤਾਂ ਇੱਦਾਂ ਦੇ ਜਿਹੜੀ ਹੈ ਹੋਵੇ ਕਿ ਉਹਨਾਂ ਦੀ ਸਿੰਪਥੀ, ਉਹਨਾਂ ਦੀ ਹਮਦਰਦੀ ਹੋਵੇ ਜਾਂ ਉਹ ਨਾਲ ਜੁੜਨ। ਤੇ ਦੂਜੇ ਪਾਸੇ ਚੋਟ ਉੱਥੇ ਮਾਰੀ ਜਾਵੇ ਜਿੱਥੇ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਲੱਗਦਾ ਹੈ ਕਿ ਤਕਲੀਫ ਹੁੰਦੀ ਹੈ, ਸੂਈ ਚੁਭਦੀ ਹੈ ਉਹਨਾਂ ਦੇ। ਜਦੋਂ ਇਹ ਹੁੰਦਾ ਕਿ ਜਿੰਨਾ ਉਹ ਘਰਾਣਿਆਂ ਨੂੰ ਜਾਂ ਵੱਡੀਆਂ ਕੰਪਨੀਆਂ ਨੂੰ ਕੋਈ ਵੀ ਨੇ ਦਿੱਤੀਆਂ ਹੋਈਆਂ ਨੇ, ਤੇ ਉਹ ਜਦੋਂ ਚੀਕਾਂ ਮਾਰਦੇ ਕਿ ਹੁਣ ਸਾਡਾ ਜਿਹੜਾ ਹੈਗਾ ਇਹ ਬੰਦ ਹੋ ਗਿਆ, ਸਾਨੂੰ ਪੈਸਾ ਆਉਣਾ ਮਿਲਣਾ ਬੰਦ ਹੋ ਗਿਆ। ਹੁਣ ਪਿਛਲੇ ਵਾਰੀ ਵੀ ਹੁਣ ਇਹ ਦਲੀਲ ਦੇ ਕੇ ਉਹਨਾਂ ਨੇ ਟੋਲ ਖਲਵਾਉਣ ਦੀ, ਆਪਣਾ ਦੁਬਾਰਾ ਟੈਕਸ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਸਾਡਾ ਇੰਨਾ ਜਿਹੜਾ ਹੈਗਾ 2 ਸਾਲ ਦੇ ਕਰੀਬ ਸਾਡੇ ਬੰਦ ਰਹੇ, ਸਾਨੂੰ ਬਹੁਤ ਨੁਕਸਾਨ ਹੋ ਗਿਆ, ਸਾਡਾ ਉਹੀ ਜਿਹੜਾ ਪੀਰੀਅਡ ਅੱਗੇ ਵਧਾਇਆ ਜਾਵੇ। ਇੱਦਾਂ ਦੀ ਦਲੀਲ ਵੀ ਜਿਹੜੀ ਆ ਉਹ ਦਿੱਤੀ ਗਈ। ਸੋ ਇਹ ਇੱਕ ਬੜਾ ਲੰਬਾ ਚੌੜਾ, ਇਹ ਵੀ ਇੱਕ ਤਰ੍ਹਾਂ ਦਾ ਇੱਕ ਮਾਫੀਏ ਵਾਂਗ ਹੈ। ਠੀਕ ਹੈ, ਇਹ ਰਜਿਸਟਰਡ ਮਾਫੀਆ ਹੈ, ਸਰਕਾਰ ਦੀ ਇਹਦੇ ਤੇ ਮੋਹਰ ਲੱਗੀ ਹੋਈ ਹੈ। ਕਿਉਂਕਿ ਜਿਸ ਤਰ੍ਹਾਂ ਇਹਦੇ ਤੇ ਖੁੱਲ੍ਹ ਦਿੱਤੀ ਹੋਈ ਹੈ ਕਿ ਜਦੋਂ ਪਹਿਲੀ ਗੱਲ ਤਾਂ ਜਦੋਂ ਕੋਈ ਵੀ ਕਿਸੇ ਵੀ ਹਾਈਵੇ ਨੂੰ ਟੋਲ ਦੇ ਪ੍ਰੀਵਿਊ ਦੇ ਵਿੱਚ ਲਿਆਂਦਾ ਜਾਂਦਾ ਹੈ, ਉੱਥੇ ਇੱਕ ਬਿਡ ਕੱਢੀ ਜਾਂਦੀ ਹੈ ਕਿ ਆਹ ਅਸੀਂ ਇੱਥੇ ਟੋਲ ਲਾਉਣਾ ਹੈ। ਉਹ ਕੰਪਨੀਆਂ ਇੱਕ ਸਰਵੇ ਕਰਦੀਆਂ ਨੇ, ਪਹਿਲਾਂ 1 ਮਹੀਨਾ ਉਹਨਾਂ ਦਾ ਬੰਦਾ ਬੈਠ ਕੇ ਨੋਟ ਕਰਦਾ ਹੈ ਕਿ ਕਿੰਨੀਆਂ ਗੱਡੀਆਂ ਇੱਕ ਦਿਨ 'ਚ ਲੰਘਦੀਆਂ ਐਵਰੇਜ। ਪਹਿਲੀ ਗੱਲ ਤਾਂ ਉਹ ਐਵਰੇਜ ਹੀ ਇੰਨੀ ਘਟਾ ਕੇ ਦੱਸਦਾ ਹੈ ਕਿ ਦੇਖੋ ਜੀ ਜੇ ਫਰਜ਼ ਕੀਤਾ 500 ਗੱਡੀ ਲੰਘ ਰਹੀ ਹੈ ਕਿਸੇ ਸੜਕ ਤੋਂ ਮਿਸਾਲ ਦੇ ਤੌਰ ਤੇ, ਤਾਂ ਉਹ 250 ਦੱਸੂਗਾ ਪਹਿਲੀ ਗੱਲ ਤਾਂ। ਉਹਦੇ ਨਾਲ ਫਿਰ ਉਹ ਰੇਟ ਫਿਕਸ ਹੁੰਦਾ ਕਿ ਜੇ 250 ਗੱਡੀ ਲੰਘਦੀ ਆ ਤਾਂ ਇੰਨਾ ਕੰਪਨੀ ਦਾ ਸੜਕ ਬਣਾਉਣ ਤੇ ਜਾਂ ਪੁਲ ਬਣਾਉਣ ਤੇ ਖਰਚਾ ਆਊਗਾ, ਉਹਨੂੰ ਇੰਨਾ ਮੁਨਾਫਾ ਹੋਣਾ ਚਾਹੀਦਾ, ਇੰਨੇ ਸਾਲ ਇਹ ਚੱਲਣਾ। ਪਹਿਲੀ ਗੱਲ ਤਾਂ ਉੱਥੋਂ ਹੀ ਇਹ ਬੇਈਮਾਨੀ ਹੈ, ਕਿਉਂਕਿ ਸਰਕਾਰ ਆਪਣੇ ਪੱਧਰ ਤੇ ਕੋਈ ਵੀ ਜਿਹੜਾ ਹੈਗਾ ਸਰਵੇ ਇਦਾਂ ਦਾ ਖੁਦ ਆਪਣੇ ਪੱਧਰ ਤੇ ਨਹੀਂ ਕਰਦੀ, ਉਹਨਾਂ ਦੀ ਬੰਦੇ ਜਿਹੜੇ ਖੜਾ ਕੇ ਸਰਵੇ ਕੀਤਾ ਜਾਂਦਾ। ਦੂਜੀ ਗੱਲ ਜਿਹੜੀ ਦੀਪਕ ਜੀ ਉਹ ਹੈ ਕਿ ਜਿਹੜੀ ਵੱਡੀ ਗੱਲ ਇਹ ਹੈ ਕਿ ਉਹਦਾ ਸਮਾਂ ਤੇ ਉਹਦਾ ਪੈਸਾ ਉਹ ਨਿਰਧਾਰਿਤ ਕਿਵੇਂ ਕਰਨਾ ਹੈ, ਕਿਹਨੇ ਕਰਨਾ, ਉਹਦੇ ਲਈ ਕੋਈ ਵੀ ਜਿਹੜਾ ਰੈਗੂਲੇਟਰੀ ਸਿਸਟਮ ਜਿਹੜਾ ਹੈਗਾ ਉਹ ਨਹੀਂ ਹੈ। ਤੇ ਇਹ ਜਿਹੜੀ ਇੱਕ ਵੱਡੀ ਇਹਦੇ 'ਚ ਫਲਾ ਹੈ ਮੈਂ ਸਮਝਦਾ। ਹਮੀਰ ਭਾਜੀ, ਜਿਵੇਂ ਰੁਪਾਲ ਭਾਜੀ ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਸਰਕਾਰੀ ਮਾਫੀਆ ਬਣ ਗਿਆ, ਇਹ ਮੋਹਰ ਲੱਗਿਆ ਹੋਈ ਹੈ ਇਸ ਮਾਫੀਏ ਤੇ। ਪਰ ਜਿਹੜੀ ਰੇਟ ਦੀ ਇਹ ਗੱਲ ਕਰਦੇ ਨੇ ਕਿ ਕੋਈ ਪੈਮਾਨਾ ਹੀ ਤੈਅ ਨਹੀਂ, ਕਦੋਂ ਵਧਾਉਣੇ ਕਦੋਂ ਘਟਾਉਣੇ ਜਾਂ ਕਿਵੇਂ। ਤੁਸੀਂ ਇਹ ਦੇਖੋ ਕਿ ਜਦ ਤੋਂ ਫਾਸਟੈਗ ਲੱਗੇ ਨੇ ਤਦ ਤੋਂ ਬੰਦੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਹਾਂ ਉਹਦੇ ਪੈਸੇ ਕੱਟਣ ਨੂੰ ਐਂ ਲੱਗਦਾ ਕਿ ਮੇਰੇ ਸਵਾਗਤ 'ਚ ਸ਼ਾਇਦ ਗੇਟ ਖੁੱਲ੍ਹ ਗਿਆ। ਪਰ ਕਦੋਂ 35 ਤੋਂ 55 ਹੋ ਗਏ, ਕਦੋਂ 55 ਤੋਂ 85 ਹੋ ਗਏ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਸੋ ਇਹ ਜੇਬ ਕੱਟਣ ਦਾ ਤਰੀਕਾ, ਤੇ ਇਹਦੇ ਉੱਤੇ ਕੋਈ ਚੈੱਕ ਪੁਆਇੰਟ ਕਿਉਂ ਨਹੀਂ ਗਾ? ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਗੱਡੀਆਂ ਦੀ ਗਿਣਤੀ ਤਾਂ ਵੱਧ ਰਹੀ ਹੈ ਨਾ, ਤੇ ਉਹਦੇ ਬਾਵਜੂਦ ਤਾਂ ਟੈਕਸ ਫਿਰ ਘਟਣਾ ਚਾਹੀਦਾ ਕਿ ਅੱਜ ਜਿੱਦਣ ਸ਼ੁਰੂ ਹੋਇਆ ਟੋਲ ਟੈਕਸ ਉਦਣ ਗੱਡੀ 500 ਲੰਘ ਰਹੀ ਹੈ ਤੇ 3 ਸਾਲ ਬਾਅਦ ਉੱਤੇ ਗੱਡੀ 1000 ਤੱਕ ਆ ਗਈ। ਸੋ ਗੱਡੀਆਂ ਵਧੀ ਜਾਂਦੀਆਂ ਤੇ ਟੈਕਸ ਵੀ ਵਧੀ ਜਾਂਦਾ। ਇਹ ਕਿਹੜਾ ਤਰੀਕਾ ਹੈ? ਪਹਿਲੀ ਗੱਲ ਤਾਂ ਇਹਦਾ ਬੁਨਿਆਦੀ ਕੁਐਸਚਨ ਇਹ ਹੈ ਕਿ ਕੀ ਟੋਲ ਲਾ ਕੇ ਸਾਰੀ ਸੜਕ ਬੰਦ ਕਰਨਾ ਕਿਸੇ ਅਧਿਕਾਰ ਖੇਤਰ 'ਚ ਆਉਂਦਾ? ਜੇ ਮੈਨੂੰ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਮੇਰਾ ਫੰਡਾਮੈਂਟਲ ਰਾਈਟ ਹੈ, ਬੁਨਿਆਦੀ ਹੱਕ ਹੈ ਕਿ ਮੈਂ ਕਿਤੇ ਵੀ ਟਰੈਵਲ ਕਰ ਸਕਦਾ, ਕਿਤੇ ਜਾ ਸਕਦਾ, ਇੱਧਰੋਂ ਉੱਧਰ, ਤੇ ਜੇ ਟੋਲ ਵਾਲੀ ਸੜਕ ਦੇ ਨਾਲ ਕੋਈ ਅਪਰੋਚ ਰੋਡ ਹੋਰ ਹੈ ਹੀ ਨਹੀਂ ਮੇਰੇ ਲਈ, ਤਾਂ ਮੇਰੇ ਤਾਂ ਤੁਸੀਂ ਮੂਵਮੈਂਟ ਬੰਦ ਕਰਤੀ ਨਾ ਕਿ ਮੈਂ ਅੱਗੇ ਕਿਤੇ ਨਹੀਂ ਜਾਂ ਮੈਂ ਫਿਰ ਤੁਰ ਕੇ ਜਾਵਾਂ ਜੀ, ਤਾਂ ਉਹ ਕਹਿੰਦੇ ਤੁਰ ਕੇ ਵਗ ਜਾਓ ਜਾਂ ਕਾਹੇ ਤੇ ਹੋਰ ਵਗ ਜਾਓ। ਤਾਂ ਅੱਧਾ ਤੁਸੀਂ ਮੈਨੂੰ ਮੈਂ ਕਾਹਦੇ ਤੇ ਜਾਣਾ ਕਾਹਦੇ ਤੇ ਨਹੀਂ ਜਾਣਾ ਇਹ ਡਿਸਾਈਡ ਕੌਣ ਕਰਦਾ? ਇਹ ਕੌਣ ਉਹ ਕਰੂਗਾ ਕਿ ਵੀ ਤੂੰ ਜਾ ਨਾ ਜਾ? ਇਹ ਤਾਂ ਚਲਦੇ ਚਲਦੇ ਮੈਨੂੰ ਇਹ ਲੱਗਦਾ ਕਿ ਬੁਨਿਆਦੀ ਅਧਿਕਾਰਾਂ 'ਚ ਵੀ ਦਾਖਲ ਹੈ ਇੱਕ ਲੈਵਲ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜੋ ਤੁਸੀਂ ਮੇਰੀ ਮੂਵਮੈਂਟ। ਹਾਂ,
ਜੇ ਫਿਰ ਵੀ ਤੁਸੀਂ ਟੋਲ ਲਾਉਣਾ, ਜਿਵੇਂ ਜਿਵੇਂ ਅੱਜ ਕੱਲ੍ਹ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਹੈ, ਤਾਂ ਬਹੁਤ ਦੇਸ਼ਾਂ ਦੇ ਵਿੱਚ ਇਹ ਗੱਲ ਹੈ, ਉਹਦੇ ਨਾਲ ਇੱਕ ਪੈਰਲਲ ਸੜਕ ਤਾਂ ਮਿਲਦੀ ਹੈ ਨਾ ਕਿਤੇ ਬੰਦੇ ਨੂੰ ਜਾਣ ਦੇ ਲਈ। ਉਹ ਹੋ ਸਕਦਾ ਉਨੀ ਵਧੀਆ ਨਹੀਂ ਹੋਏਗੀ ਜਿੰਨਾ ਟੋਲ ਦੀ ਹੋਏਗੀ, ਪਰ ਇਹ ਨਹੀਂ ਕਿ ਉਹ ਬਿਲਕੁਲ ਟੁੱਟੀ ਹੋਏਗੀ। ਉੱਥੇ ਦੀ ਜੇ ਮੈਂ ਕਹਿੰਦਾ ਕਿ ਮੇਰੇ ਕੋਲ ਸਮਾਂ ਥੋੜਾ ਬਹੁਤ ਜ਼ਿਆਦਾ, ਮੈਂ ਨਹੀਂ ਉਹਨੇ ਪੈਸੇ ਦੇ ਸਕਦਾ, ਮੈਂ ਉਧਰ ਦੀ ਲੰਘਣਾ ਚਾਹੁੰਦਾ, ਤਾਂ ਉਹ ਜਦੋਂ ਨਹੀਂ ਹੁੰਦੀ। ਮੈਂ ਇੱਥੇ ਸੜਕਾਂ ਤਾਂ ਚਾਹੇ ਨਹੀਂ ਬਰਾਬਰ ਬਣਦੀਆਂ, ਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਟੋਲ ਕਰਮੀਆਂ ਵੱਲੋਂ ਸ਼ਰਾਰਤਨ ਤੜਵਾ ਦਿੱਤਾ ਜਾਂਦਾ। ਉਹ ਇੱਕ ਅਲੱਗ ਪਹਿਲੂ ਆ। ਪਹਿਲਾਂ ਮੇਰਾ ਨੁਕਤਾ ਫੰਡਾਮੈਂਟਲ ਰਾਈਟ ਦਾ, ਬੁਨਿਆਦੀ ਹੱਕ ਦਾ ਕੁਐਸਚਨ ਹੈ, ਔਰ ਇਹਦੇ ਤੇ ਡਿਬੇਟ ਸਾਡੇ ਸੂਬੇ 'ਚ, ਸਾਡੇ ਦੇਸ਼ 'ਚ ਅਜੇ ਨਹੀਂ ਹੋਈ ਕਿ ਮੇਰਾ ਉਹ ਹੱਕ ਕਿੱਥੇ ਗਿਆ ਉੱਥੋਂ ਦੀ ਲੰਘਣ ਦਾ। ਜੇ ਮੈਨੂੰ ਉੱਥੋਂ ਦੀ ਲੰਘਣ ਨਹੀਂ ਦਿੰਦੇ ਤਾਂ ਮੈਨੂੰ ਸਾਈਡ ਤਾਂ ਦਿਓ। ਇਹ ਸਾਡੇ ਦੇਸ਼ ਦੇ ਵਿੱਚ ਇੱਕ ਅਜੀਬ ਗੱਲ ਹੋ ਰਹੀ ਹੈ। ਸੈਕੰਡ ਗੱਲ ਫਿਰ ਇਹਦੇ ਨਾਲ ਜੁੜੀ ਹੋਈ ਇਹ ਹੁੰਦੀ ਹੈ ਕਿ ਅਥਾਰਟੀ ਹੁਣ ਤਾਂ ਬਣ ਗਈ, ਬੜੇ ਲੇਟ ਬਣਾਈ ਹੈ ਇੰਨੇ ਸਾਲਾਂ ਤੋਂ ਬਾਅਦ ਅਸੀਂ, ਕਿ ਜੇ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਲਈ ਜਨਤਕ ਪੱਧਰ ਤੇ ਕੋਈ ਹੀਅਰਿੰਗ, ਲੋਕਾਂ ਦੀ ਪੁੱਛ ਗਿੱਛ, ਕਿ ਹਾਂ ਪਬਲਿਕ ਨੂੰ ਪਤਾ ਹੋਵੇ ਪਹਿਲਾਂ ਹੀ ਕਿ ਇੰਨੀਆਂ ਗੱਡੀਆਂ ਲੰਘਦੀਆਂ ਨੇ ਇੰਨੇ ਮਿੰਟ 'ਚ ਜਾਂ ਇੰਨੇ ਘੰਟਿਆਂ 'ਚ, ਇੰਨਾ ਨਹੀਂ ਹੈ, ਉਹ ਕੋਈ ਫਾਰਮੂਲਾ ਸਾਡੇ ਕੋਲ ਨਹੀਂ ਹੈ। ਔਰ ਤੀਜੀ ਗੱਲ ਇਹ ਹੈ ਕਿ ਕੋਈ ਇਸ ਲੈਵਲ ਦਾ ਗੱਲ ਨਹੀਂ, ਜਿਹੜੇ ਤਾਂ VIP ਤੇ ਵੱਡੇ ਬੰਦੇ ਨੇ ਕਿਸੇ ਵੀ ਰੂਪ ਦੇ ਵਿੱਚ, ਉਹ ਤਾਂ ਐਗਜ਼ੈਂਪਟ ਹੋ ਜਾਂਦੇ ਨੇ। ਉਹ ਤਾਂ ਮਤਲਬ ਉਹਦੇ ਚੋਂ ਆਪਣਾ ਆਪ ਨੂੰ ਕਢਾ ਲੈਂਦੇ ਨੇ, ਜਿੰਨੇ ਅਫਸਰ ਹੋਏ, ਜਿੰਨੇ ਪੋਲੀਟੀਸ਼ੀਅਨ ਹੋਏ, ਚੁਣੇ ਹੋਏ ਨੁਮਾਇੰਦੇ ਹੋਏ, ਬਾਕੀ ਸਾਰੇ ਤਾਂ ਤੁਸੀਂ ਆਪੋ ਆਪਣੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦੇ ਨੇ। ਫਸਦੇ ਤਾਂ ਆਮ ਸਧਾਰਨ ਲੋਕ ਨੇ ਜਿਹੜੇ ਨੇ ਨਾ। ਹੁਣ ਉਹਨਾਂ ਦੇ ਉੱਤੇ ਇਹ ਹੈ ਕਿ ਇੱਕ ਤਾਂ ਇਹੀ ਗੱਲ ਹੈ ਕਿ ਜਿਹੜਾ ਆਨਲਾਈਨ ਸਿਸਟਮ ਦੀ ਗੱਲ ਹੈ, ਫਾਸਟੈਗ ਦੀ ਹੈ ਨਾ, ਜੇ ਕਹਿੰਦੇ ਨੇ ਤੁਸੀਂ, ਇਹ ਵੀ ਇੱਕ ਮਾਨਸਿਕਤਾ ਨਾ ਵੀ ਜੇ ਰੁਪਈਆ ਕੱਢ ਕੇ ਦੇਣਾ ਪੈਂਦਾ, ਤਕਲੀਫ ਜ਼ਿਆਦਾ ਹੁੰਦੀ ਹੈ ਨਾ ਜਦੋਂ ਤੁਸੀਂ ਕਰਦੇ ਹੋ, ਗਿਣਦੇ ਹੋ ਵੀ ਇੰਨੇ ਘਟ ਗਏ। ਉਹ ਫਾਸਟੈਗ ਜਿਹੜਾ ਚੱਲਦਾ ਉਹਦੇ 'ਚ ਬੰਦੇ ਨੂੰ ਨਹੀਂ ਪਤਾ ਲੱਗਦਾ ਕਿੱਥੇ ਹੈ। ਔਰ ਕਈ ਲੋਕ ਇਹੋ ਜਿਹੇ ਦੇਖੇ ਨੇ ਜਿਹੜੇ ਉੱਥੇ ਜਾ ਕੇ ਫਸ ਗਏ, ਵਿਚਾਰੇ ਨੂੰ ਪਤਾ ਨਹੀਂ ਲੱਗਿਆ ਵੀ ਹੁਣ ਤਾਂ ਤੇਰੇ ਇਹਦੇ ਤਾਂ ਪੈਸੇ ਹੀ ਆਏ ਨਹੀਂ, ਤੈਨੂੰ ਤਾਂ ਡਬਲ ਦੇਣਾ ਪਏਗਾ। ਇੱਕ ਇਹ ਸਿਸਟਮ ਕਰਤਾ ਕੰਪਲਸਰੀ ਦੇਸ਼ 'ਚ, ਕਿਤੇ ਵੀ ਕੋਈ ਇਹ ਸਿਸਟਮ ਬਾਈ ਲਾ ਕਰ ਸਕਦਾ ਕਿ ਕੱਲਾ ਤੇ ਕੱਲਾ ਐਸੇ ਢੰਗ ਨਾਲ ਮਤਲਬ ਡਿਜੀਟਲ ਹੋਏਗਾ ਤੇ ਤੁਸੀਂ ਮੋਡ ਆਫ ਪੇਮੈਂਟ ਹੈ ਜਿਹੜਾ, ਹਾਂ ਜਿਹੜੇ ਪੇਮੈਂਟ ਦਾ ਤਰੀਕਾ ਹੈ ਦੁਨੀਆ 'ਚ, ਮਤਲਬ ਇਹ ਕਿਵੇਂ ਤੁਸੀਂ ਕਰ ਸਕਦੇ ਹੋ ਉਸ ਲੈਵਲ ਤੇ। ਇੱਥੇ ਇਹ ਕਰਤਾ, ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਡਬਲ ਦੇਣਾ ਪਏਗਾ। ਆਫੀਸ਼ੀਅਲੀ ਕਰਤਾ ਨੈਸ਼ਨਲ ਹਾਈਵੇ ਅਥਾਰਟੀ ਨੇ, ਡਬਲ ਦੇਣਾ ਪਏਗਾ। ਕੀ ਕੋਰਟ ਵਾਲੇ ਅਧਿਕਾਰ ਮਿਲ ਗਏ ਇਹਨਾਂ ਨੂੰ, ਇਹ ਜੁਰਮਾਨੇ ਲਾਉਣਗੇ? ਜਿਹੜਾ ਵੀ ਤਰੀਕਾ ਕੀਤਾ, ਜਿਹਨੂੰ ਅਧਿਕਾਰ ਦਿੱਤਾ, ਮਤਲਬ ਕੋਰਟ ਵੀ ਹੋਵੇ, ਦੇਸ਼ ਦਾ ਕੋਈ ਸਰਕਾਰ ਵੀ ਹੋਵੇ ਜਿਹਦੇ ਕੋਲ ਹੱਕ ਹੈ ਲਾਉਣ ਲਈ, ਉਹ ਕਿਵੇਂ ਲਾ ਸਕਦੀ ਹੈ? ਉਹ ਇਹ ਤਰੀਕਾ ਕਿਵੇਂ ਇਹ ਕਰ ਸਕਦੀ ਹੈ ਕਿ ਤੁਹਾਡੇ ਤੇ ਡਬਲ ਹੋਏਗਾ? ਨੋਟ ਨਹੀਂ ਚੱਲੂਗਾ, ਬਲਕਿ ਡਬਲ ਨਹੀਂ ਟ੍ਰਿਪਲ ਲਿਆ ਜਾ ਰਿਹਾ ਹੈ। ਕਿਵੇਂ ਲਿਆ ਜਾ ਰਿਹਾ ਹੈ? ਉਹ ਆਉਣ ਜਾਣ ਦਾ ਤੁਹਾਡਾ ਕੱਟਦਾ ਹੀ ਨਹੀਂ, ਉਹ ਕਹਿੰਦਾ ਇੱਕ ਪਾਸੇ ਦਾ ਲੱਗੂ। ਉਹ ਵੀ ਔਰ ਜੇ ਜਿਹੜਾ ਫਾਸਟੈਗ ਹੈ, ਜੇ ਹਾਲੇ ਤਾਂ ਉਹ 'ਚ ਵੀ ਮੈਨੂੰ ਤਾਂ ਡਾਊਟ ਹੈ। ਪਹਿਲਾਂ ਤਾਂ ਇਹ ਸੀ ਨਾ ਜੇ ਆਉਣ ਜਾਣ ਦਾ ਡਬਲ ਲੈਂਦੇ ਸੀ ਤਾਂ ਉਹ ਘਟ ਜਾਂਦਾ, ਜੇ 150 ਰੁਪਏ 300 ਰੁਪਇਆ ਬਣਦਾ ਤਾਂ 220 ਬਣ ਜਾਂਦਾ ਆਉਣ ਜਾਣ ਦਾ। ਤੇ ਖਬਰਾਂ ਫਾਸਟੈਗ ਦਾ ਵੀ ਇਹੀ ਕਰਦੇ, ਹੁਣ 300 ਹੁਣ ਕੋਈ ਪਤਾ ਨਹੀਂ, ਪਰ ਜੇ ਘਟਦੇ ਉਵੇਂ ਘਟਦੇ ਨੇ ਜਿਵੇਂ ਪਹਿਲਾਂ ਸੀ, ਤਾਂ ਉਸ ਤਰੀਕੇ ਦੇ ਨਾਲ ਤੁਹਾਡਾ 80 ਰੁਪਏ ਹੋਰ ਵਾਧੂ ਹੋ ਗਿਆ ਉਸਦੇ ਵਿੱਚ। ਉਹ ਡਬਲ ਤੋਂ ਵੀ ਜ਼ਿਆਦਾ ਉਹ ਕੌਣ ਰਜਾਇਜ਼ ਦੇ ਰਿਹਾ, ਉਹਨੂੰ ਕੌਣ ਚੈੱਕ ਕਰ ਰਿਹਾ? ਉਦੋਂ ਤੁਹਾਨੂੰ ਡਬਲ ਫਿਰ ਜੇ ਕੈਸ਼ ਦੇਣਾ ਹੈ, ਆਉਂਦਾ ਕਿਉਂ ਨਹੀਂ? ਉਹ ਕਹਿੰਦੇ ਸਾਡੇ ਕੋਲ ਤਾਂ ਹੋਰ ਹੈ ਨਹੀਂ, ਡਬਲ ਸਲਿੱਪ ਨਹੀਂ ਤੇ ਨਾ ਇਹ ਚੀਜ਼ਾਂ ਨੇ। ਔਰ ਇਹਦੇ ਨਾਲ ਦੀ ਨਾਲ ਕਿੰਨੇ ਥਾਂ ਤੇ ਇਹ ਹੈ ਕਿ ਜੇ 3 ਮਿੰਟ ਰੁਕ ਗਿਆ, ਜੇ 1 ਕਿਲੋਮੀਟਰ ਤੋਂ ਵੱਧ ਲੰਬੀ ਲਾਈਨ ਲੱਗੀ ਤਾਂ ਨਹੀਂ ਤੁਸੀਂ ਦੇਣਾ। 3500 ਉਹ ਤਾਂ ਕੱਟ ਹੀ, ਉਹਦੇ ਤੇ ਫਿਰ ਕੀ ਤੁਹਾਡਾ ਪੈਮਾਨਾ ਹੈ ਕਿ ਤੁਸੀਂ ਨਹੀਂ ਕੱਟਣ ਦੇ ਰਹੇ ਉਹਨੂੰ, ਸਾਰੇ ਨੂੰ ਕਿਸੇ ਨੂੰ ਲੈ ਕੇ ਜਾਂਦੇ ਹੋ। ਔਰ ਫਿਰ ਇਹ ਵੀ ਹੈ ਕਿ 60 ਕਿਲੋਮੀਟਰ ਦੇ ਦਾਇਰੇ 'ਚ ਕੋਈ ਟੋਲ ਪਲਾਜ਼ਾ ਨਹੀਂ ਹੋਣਾ ਚਾਹੀਦਾ। ਇੱਥੇ 20 ਕਿਲੋਮੀਟਰ, ਇੱਥੇ ਤਾਂ ਜਿੱਥੋਂ ਵੀ ਬੰਦਾ ਮੁੜ ਗਿਆ 10 ਉਸ ਤਰੀਕੇ ਦਾ ਤੁਹਾਡੇ ਕਿੰਨੇ ਉਹ ਨੇ। ਇਸ ਤਰੀਕੇ ਨਾਲ ਕਿੰਨੀਆਂ ਚੀਜ਼ਾਂ ਉਹ ਨੇ ਜਿਹੜੀਆਂ ਇਹਦੇ 'ਚ ਟੈਕਨੀਕਲੀ ਵੀ, ਜਿਹੜੀਆਂ ਚੀਜ਼ਾਂ ਸਿੱਧਾ ਤੌਰ ਤੇ ਦੱਸਦੀਆਂ ਨੇ ਕਿ ਤੁਹਾਡੀ ਜੇਬ ਤੇ ਡਾਕਾ ਵੱਜੂਗਾ। ਸਰਕਾਰ ਤੁਹਾਡੇ ਨਾਲ ਉਹਦੇ ਨਾਲ ਖੜੀ ਹੈ। ਜਿਹੜੇ ਵੀ ਬੰਦੇ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਦੇ ਉਸ ਲੈਵਲ ਤੇ ਜਾਂਦੇ ਨੇ, ਉਹ ਮਨਮਰਜ਼ੀ ਚੱਲਦੀ ਹੈ, ਮਤਲਬ ਜਿੱਥੇ ਵੀ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ। ਹਾਂ, ਕਿਤੇ ਤਾਕਤਵਰ ਲੋਕ ਹੈ ਬੰਦੇ ਨੇ, ਪਿਛਲੇ ਦਿਨ 'ਚ ਆਪਾਂ ਕੁਝ ਕਿਸਾਨ ਜਥੇਬੰਦੀਆਂ ਦਾ ਉਹ ਦੇਖਿਆ, ਉਹਨੂੰ ਟਵਾ ਵੀ ਦਿੰਦੇ ਨੇ ਵੀ ਚੱਲ ਕੋਈ ਨਹੀਂ ਜੀ, ਕਾਹਨੂੰ ਵਾਧੂ ਕਿਤੇ। ਮਤਲਬ ਜਿਹੜਾ ਸਧਾਰਨ ਆਦਮੀ ਹੈ ਉਹ ਉੱਥੇ ਖੜ ਕੇ ਲੜਾਈ ਲੜੇ ਜਾਂ ਉੱਥੋਂ ਲੰਘ ਜੇ ਕੀ ਕਰੇ? ਕੱਲੇ ਨੂੰ ਤਾਂ ਸਾਡੇ ਸਾਹਮਣੇ ਵਾਪਰੀ ਘਟਨਾ ਨੇ ਇਹ। ਭਗਵੰਤ ਮਾਨ ਜਦੋਂ ਨਹੀਂ ਸੀ ਚੀਫ ਮਿਨਿਸਟਰ ਸੀਗੇ, ਇਸੇ ਇੱਕ ਟੋਲ ਪਲਾਜ਼ਾ ਤੇ ਜਦੋਂ ਆਇਆ ਸੀ, ਔਰ ਇਹ ਲੋਕਾਂ ਨੂੰ ਪਿੰਚ ਕਿੰਨਾ ਕਰਦਾ ਹੈ ਇਹ ਸਾਡਾ ਦੇਖਿਆ ਜਾ ਸਕਦਾ ਕਿ ਭਗਵੰਤ ਮਾਨ ਉਹਨਾਂ ਨੂੰ ਵੀ ਪਤਾ ਕਿ ਲੋਕਾਂ ਨੂੰ ਪਿੰਚ ਕਰਦਾ ਹੈ। ਇਸੇ ਕਰਕੇ ਉਹ ਦੋ ਕਦੇ ਧੂਰੀ ਜਾਂਦੇ ਨੇ ਵੀ ਇਹਦਾ ਬੰਦ ਹੋ ਗਿਆ ਜੀ, ਦੇਖੋ ਮੈਂ ਨਹੀਂ ਦੇਣਾ, ਚਾਹੇ ਉਹ ਉੱਥੇ ਜਾਂਦੇ ਨੇ ਜਿਹੜਾ 2 ਦਿਨ ਪਹਿਲਾਂ ਬੰਦ ਹੋ ਗਿਆ, ਮੈਂ ਇਹਨੂੰ ਨਹੀਂ ਚੱਲਣ ਦਿਆਂਗਾ। ਇਹਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਹਿੱਟ ਇੰਨਾ ਕਰਦਾ ਹੈ ਕਿ ਜੇ ਤੁਸੀਂ ਟਰਾਂਸਪੋਰਟ ਕਈ ਵਾਰ ਤੇਲ ਨਾਲੋਂ ਜ਼ਿਆਦਾ ਪੈ ਜਾਂਦਾ, ਦਾੜੀ ਨਾਲੋਂ ਮੁੱਛਾਂ ਭਾਰੀ ਹੋ ਜਾਂਦੀਆਂ ਨੇ, ਕਹਿੰਦੇ ਨੇ ਤੇਲ ਨਾਲੋਂ ਵੀ ਭਾਰੀ ਪੈਂਦਾ। ਔਰ ਇਸ ਕਰਕੇ ਇਹ ਹੈ ਕਿ ਇਹਦੇ ਤੇ ਸੋਚਣਾ ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਕਿਸਾਨਾਂ ਨੇ ਸੋਚਿਆ
ਤਾਂ ਕਿਸਾਨਾਂ ਦੀ ਵੀ ਗੱਲ ਹੈ ਤੇ ਬਾਕੀ ਲੋਕਾਂ ਦਾ ਸਵਾਲ ਹੈ ਨਾ ਸਾਰਿਆਂ ਦਾ, ਬਿਲਕੁਲ ਇਕੱਲੇ ਕਿਸਾਨੀ ਦਾ ਸਵਾਲ ਨਹੀਂ, ਸੁਸਾਇਟੀ ਦਾ ਸਵਾਲ ਹੈ। ਰੁਪਾਲ ਭਾਜੀ ਜਿਵੇਂ ਹਮੀਰ ਭਾਜੀ ਉਹਨਾਂ ਨੇ ਕਿਹਾ ਕਿ ਇਹ ਫੰਡਾਮੈਂਟਲ ਅਧਿਕਾਰ ਹੈ ਕਿ ਮੈਂ ਕਿਸ ਰੋਡ ਤੋਂ ਕਿਸ ਰੂਪ 'ਚ ਜਾਣਾ, ਪਰ ਇੱਥੇ ਤਾਂ ਇੱਕ ਹੋਰ ਪਹਿਲੂ ਉੱਭਰ ਰਿਹਾ, ਜਿਵੇਂ ਹਮੀਰ ਭਾਜੀ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਵੀ ਲੰਘਣ ਦੀ ਤਾਕਤ ਹੈ, ਬੜੇ ਘਰਾਣਿਆਂ ਨੂੰ ਵੀ ਮੁਫਤ 'ਚ ਲੰਘਣ ਦੀ, ਬੜੇ ਅਫਸਰਾਂ ਨੂੰ, ਮੰਤਰਾਲਿਆਂ ਨੂੰ ਵੀ, ਤੇ ਇੱਧਰ ਕੁਝ ਕਿਸਾਨਾਂ ਦੇ ਕਾਰਡ ਵੀ ਚੱਲਣ ਲੱਗੇ, ਪਰ ਪਿਸ ਰਹੀ ਆਮ ਜਨਤਾ। ਉੱਥੇ ਵੀ ਹਮੀਰ ਜੀ ਹੋਰੀ ਇੱਕ ਗੱਲ ਅਕਸਰ ਕਰਦੇ ਹੁੰਦੇ ਆ ਕਿ ਬੜੀ ਗੱਡੀ ਵਾਲੇ ਤੋਂ ਵੀ ਉਨਾ ਹੀ ਲੈ ਰਹੇ ਹੋ ਤੁਸੀਂ, ਛੋਟੀ ਗੱਡੀ ਵਾਲੇ ਤੋਂ, ਜੇ ਉਹਦੀ ਗੱਡੀ ਦੀ ਰਜਿਸਟ੍ਰੇਸ਼ਨ ਮੌਕੇ ਫੀਸ ਦਾ ਫਰਕ ਹੈ ਕਿ ਹਾਂ ਭਾਈ ਬੜੀ ਕੀਮਤ ਵਾਲੀ ਦੀ ਵੱਧ ਹੈ, ਤਾਂ ਉੱਥੇ ਵੀ ਫਿਰ ਉਹ ਫਰਕ ਹੋਣਾ ਚਾਹੀਦਾ, ਉੱਥੇ ਲੁੱਟ ਬਰਾਬਰ ਹੈ। ਪਰ ਦੂਸਰੇ ਪਾਸੇ ਜਿਹੜੇ ਫੰਡੇਮੈਂਟਲ ਅਧਿਕਾਰ ਦੀ ਸਾਡਾ ਅਧਿਕਾਰ ਹੈ ਕਿ ਅਸੀਂ ਰੋਡ ਤੋਂ ਜਾਣਾ, ਉਹਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਿ ਗਡਕਰੀ ਹੋਰੀ ਕਹਿੰਦੇ ਆਪਾਂ ਤਾਂ ਖਤਮ ਹੀ ਕਰ ਦੇਣੇ ਟੋਲ, ਤੁਹਾਡੀ ਗੱਡੀ ਤੇ ਤੁਹਾਡਾ ਆਧਾਰ ਕਾਰਡ, ਤੁਹਾਡਾ ਬੈਂਕ ਖਾਤਾ ਆਪਸ ਵਿੱਚ ਜੋੜ ਦੇਣਾ, ਤੁਸੀਂ ਜਿਵੇਂ ਹੀ ਸੜਕ ਤੇ ਚੜੇ ਤੁਹਾਡਾ ਮੀਟਰ ਘੁੰਮਣਾ ਸ਼ੁਰੂ। ਇਹ ਤਾਂ ਉਹ ਤੋਂ ਵੀ ਵੱਡਾ ਡਾਕਾ ਵੱਜਣ ਦੀ ਤਿਆਰੀ ਹੈ। ਫਿਰ ਜਿਹੜਾ ਤੁਹਾਡੇ ਬੁਨਿਆਦੀ ਹੱਕ ਹੈ, ਜਿਹੜਾ ਹੱਕ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਹੈ ਕਿ ਇੱਕ ਤੁਹਾਡਾ ਇੱਕ ਦੇਸ਼ ਹੈ ਇੰਨਾ ਵੱਡਾ, ਇਹਦੇ 'ਚ ਤੁਸੀਂ ਵਿਚਰ ਸਕਦੇ ਹੋ, ਜਿੱਥੇ ਵੀ ਜਾ ਸਕਦੇ ਹੋ, ਜਿਸ ਵੀ ਤਰੀਕੇ ਨਾਲ ਜਾ ਸਕਦੇ ਹੋ। ਬਿਲਕੁਲ ਇੱਕ ਵੱਡਾ ਸਵਾਲ ਹੈ ਕਿ ਕੀ ਇਸ ਤਰੀਕੇ ਦੇ ਨਾਲ ਕਿ ਤੁਸੀਂ ਇਸ ਸੜਕ ਤੇ ਜਾਣਾ, ਤੁਹਾਡੇ ਪੈਸੇ ਲੱਗਣਗੇ, ਇਹ ਉਹ ਬੁਨਿਆਦੀ ਹੱਕ ਤੇ ਡਾਕਾ ਹੈ ਜਾਂ ਨਹੀਂ ਹੈ, ਬਲਕਿ ਇਹ ਇੱਕ ਬਹੁਤ ਵੱਡਾ ਇੱਕ ਬਹਿਸ ਦਾ ਜਿਹੜਾ ਡਿਬੇਟ ਦਾ ਮੁੱਦਾ ਹੈ। ਤੇ ਦੂਜੀ ਗੱਲ ਜਿਹੜੀ ਜਿਸ ਤਰੀਕੇ ਦਾ ਜਿਹੜਾ ਇਹ ਲਾਉਣ ਦਾ ਜਿਹੜਾ ਤਰੀਕਾ ਹੈ, ਮੈਨੂੰ ਇਹ ਸਮਝ ਨਹੀਂ ਪੈਂਦੀ ਗੱਲ ਵੀ ਇਹਦੇ ਲਈ ਕੀ ਜਿਹੜੀਆਂ ਮੋਡੈਲਿਟੀਜ਼ ਨੇ ਕੀ ਉਹ ਕੀ ਅਪਣਾਈਆਂ ਗਈਆਂ ਨੇ, ਤਾਂ ਜਾਂ ਇਹਦੇ ਲਈ ਕੋਈ ਰੈਗੂਲੇਟਰੀ ਸਿਸਟਮ ਕਿਉਂ ਨਹੀਂ ਬਣਾਇਆ ਗਿਆ। ਠੀਕ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਬਣ ਗਈ, ਉਹਨਾਂ ਨੇ ਜਿਹੜੀਆਂ ਨੈਸ਼ਨਲ ਹਾਈਵੇ ਉਹਨਾਂ ਦੀ ਦੇਖ ਰੇਖ ਉਹ ਕਰਦੀ ਹੈ ਤੇ ਜਾਂ ਉਹ ਪ੍ਰਾਈਵੇਟ ਤੋਂ ਕਰਾਉਂਦੀ ਹੈ। ਤੇ ਹੁਣ ਕੀ ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਰੀਆਂ ਹੀ ਜਿਹੜੀਆਂ ਸੜਕਾਂ ਦੇ ਠੇਕੇ, ਜਿਹੜਾ ਭਾਵੇਂ BOT ਰਾਹੀਂ ਹੋਣ ਭਾਵੇਂ BOO ਰਾਹੀਂ ਹੋਣ, ਵੀ ਉਹ ਇੱਕ ਪ੍ਰਾਈਵੇਟ ਪਲੇਅਰ ਨੂੰ ਦੇਣ ਦੀ ਨੌਬਤ ਆ ਗਈ, ਜਾਂ ਕੀ ਸਰਕਾਰ ਦੇ ਇੰਨੇ ਵੱਡੇ ਮਹਿਕਮੇ, ਇੱਥੇ PWD ਮਹਿਕਮਾ ਸੀ, ਸੈਂਟਰ ਗਵਰਨਮੈਂਟ ਦਾ CPWD ਮਹਿਕਮਾ, ਹੋਰ ਕਿੰਨੇ ਵੱਡੇ ਮਹਿਕਮੇ ਜਿਹੜੇ ਉਹ ਕਿੱਥੇ ਗਏ, ਜਾਂ ਉਹ ਇੱਕ ਪਬਲਿਕ ਸੈਕਟਰ ਨੂੰ ਬਿਲਕੁਲ ਬੰਦ ਕਰਕੇ ਇੱਕ ਪ੍ਰਾਈਵੇਟ ਨੂੰ ਇੰਨਾ ਫਾਇਦਾ ਦੇਣ ਵਾਸਤੇ, ਉਹ ਵੀ ਸਰਕਾਰ ਨੇ ਉਹਦੇ 'ਚ ਕੁਝ ਨਹੀਂ ਦੇਣਾ, ਸਾਰਾ ਲੋਕਾਂ ਦੇ ਸਿਰੋਂ ਲੈਣਾ। ਤੇ ਫਿਰ ਉਹਨਾਂ ਦੀ ਮੇਨਟੇਨ ਉਹ ਸੜਕਾਂ ਦੀ ਕਿੰਨੀ ਕੁ ਕਰਦੇ, ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਉਹ ਪੈਸਾ ਉਹ ਕਹਿੰਦੇ ਕਿ ਅਸੀਂ ਪੈਸਾ ਇਸ ਕਰਕੇ ਲਾ ਰਹੇ ਹਾਂ, ਅਸੀਂ ਤੁਹਾਨੂੰ ਵਧੀਆ ਸਹੂਲਤ ਦੇ ਰਹੇ ਹਾਂ ਗੱਡੀ ਚਲਾਉਣ ਲਈ, ਚੰਗੀਆਂ ਸੜਕਾਂ ਦੇ ਰਹੇ ਹਾਂ ਤਾਂ ਕਿ ਤੁਹਾਡੀ ਗੱਡੀ ਦੀ ਮੇਨਟੇਨੈਂਸ ਸਹੀ ਰਹੇ ਜਾਂ ਹੋਰ ਹੈ। ਪਰ ਹੁਣ ਜਿਹੜਾ ਹਾਲ ਹੈ, ਜੇ ਪੰਜਾਬ ਦੀ ਮੈਂ ਉਦਾਹਰਨ ਦੇਵਾਂ, ਪੰਜਾਬ ਦੇ ਵਿੱਚ ਜੇ ਤੁਸੀਂ ਇੱਧਰੋਂ ਅਨੰਦਪੁਰ ਸਾਹਿਬ ਵੱਲ ਜਾਂਦੇ ਹੋ, ਤੁਸੀਂ ਦੇਖਦੇ ਹੋ ਅੱਗੇ ਸੜਕ ਦਾ ਉਹਦਾ ਕੀ ਹਾਲ ਹੈ, ਤੇ ਇੱਧਰੋਂ ਜਿਹੜੀਆਂ ਸਟੇਟ ਹਾਈਵੇ ਨੇ ਉਹਨਾਂ ਦਾ ਕੀ ਹਾਲ ਹੈ, ਟੋਲ ਉਹਨਾਂ ਤੇ ਲੱਗੇ ਹੋਏ ਆ, ਫਿਰ ਉਹ ਟੋਲ ਵੀ ਪਰਚੀ ਵਾਲੇ ਆ। ਤੇ ਇੱਕ ਪਾਸੇ ਤਾਂ ਕਹਿੰਦੇ ਨਾ ਕਿ ਅਸੀਂ ਡਿਜੀਟਲਾਈਜ਼ ਕਰਤਾ ਜੀ, ਸਾਡਾ ਸਾਰਾ ਸਿਸਟਮ ਇਹ ਹੋ ਗਿਆ ਜੀ, ਉੱਥੇ ਉਹਨਾਂ ਨੇ ਸਿੱਧਾ ਲਿਖ ਕੇ ਲਾਇਆ ਵੀ ਇੱਥੇ ਫਾਸਟ ਟੈਗ ਨਹੀਂ ਚੱਲੇਗਾ ਜੀ, ਤੁਹਾਨੂੰ ਪਰਚੀ ਕਟਾਉਣੀ ਪਏਗੀ। ਤੇ ਉਹਨਾਂ ਦੀ ਅੱਗੇ ਨਾ ਸਟੇਟ ਕੋਲੇ ਕੋਈ ਇੱਦਾਂ ਦਾ ਰੈਗੂਲੇਟਰੀ ਸਿਸਟਮ ਹੈ ਜਿਹੜਾ ਉਹਨਾਂ ਦੇ ਨੱਥ ਪਾ ਸਕੇ, ਨਾ ਹੀ ਗਵਰਨਮੈਂਟ ਆਫ ਇੰਡੀਆ ਕੋਲੇ ਕੋਈ ਰੈਗੂਲੇਟਰੀ ਸਿਸਟਮ ਹੈ, ਤੇ ਨਾ ਹੀ ਜਦੋਂ ਇਹਦੀ ਬਿਡ ਜਦੋਂ ਕੱਢੀ ਜਾਂਦੀ ਹੈ, ਜਦੋਂ ਇਹਦੇ ਠੇਕੇ ਦੇਣ ਵਾਸਤੇ ਟੈਂਡਰ ਕੱਢਿਆ ਜਾਂਦਾ, ਕੁਝ ਵੀ ਹੈ, ਆਮ ਜਿਹੜੇ ਲੋਕ ਨੇ ਜਾਂ ਇਸ ਉਹਦੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਪਹਿਲਾਂ ਹੀ, ਕਿਉਂਕਿ ਉਹ ਕੰਪਨੀਆਂ ਪਹਿਲਾਂ ਪੈਦਾ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਨੇ ਕਰਨਾ ਹੈ, ਇਹ ਕੰਮ ਬਾਅਦ 'ਚ ਕੀਤੇ ਜਾਂਦੇ ਨੇ। ਤੇ ਇੱਦਾਂ ਹੀ ਇਹ ਫਾਸਟ ਟਰੈਕ ਵਾਲਾ ਜਿਹੜਾ ਸੀਗਾ, ਇੱਕ ਨਵਾਂ ਇੱਕ ਜਿਹੜਾ ਕੀਤਾ ਸਾਰਾ, ਉਹ ਵੀ ਉਹ ਫਾਸਟ ਟਰੈਕ ਕੀ ਹੈ, ਕੌਣ ਹੈ, ਕੌਣ ਉਹਦਾ ਮਾਲਕ ਹੈ, ਕੌਣ ਚੇਅਰਮੈਨ ਹੈ, ਕੌਣ ਹੈ, ਪਹਿਲਾਂ ਕਿੰਨੇ ਪੈਸੇ ਤੁਸੀਂ ਇਕੱਠੇ ਕਰਦੇ ਹੋ, ਵਿਆਜ ਵੀ ਤਾਂ ਖਾ ਰਹੇ ਹੋ। ਨਹੀਂ ਚਲੋ ਉਹ ਤਾਂ ਉਹ ਬੈਂਕਾਂ ਰਾਹੀਂ ਵੀ ਕਰ ਰਹੇ ਨੇ, ਅੱਡ ਜਿਹੜੇ ਦੂਸਰੇ ਡਿਜੀਟਲ ਸਿਸਟਮ ਉਹਦੇ ਰਾਹੀਂ ਵੀ ਕਰ ਰਹੇ ਨੇ, ਪਰ ਫਾਸਟ ਟਰੈਕ ਕੀ ਹੈ। ਤੇ ਜੇ ਜਿੱਦਾਂ ਹਮੀਰ ਸਿੰਘ ਜੀ ਹੋਰਾਂ ਨੇ ਗੱਲ ਕੀਤੀ ਕਿ ਜੇ ਸਾਨੂੰ ਉੱਥੇ ਅੱਧਾ ਘੰਟਾ ਹੀ ਉਸ ਟੋਲ ਤੇ ਰੁਕਣਾ ਪੈਂਦਾ ਹੈ ਰਸ਼ ਕਰਕੇ ਜਾਂ ਹੋਰ ਕਰਕੇ, ਉਹ ਸਹੀ ਸਾਨੂੰ ਸਰਵਿਸ ਨਹੀਂ ਦੇ ਰਹੇ, ਸਾਰੇ ਗੇਟ ਨਹੀਂ ਖੋਲ ਰਹੇ। ਹੁਣ ਟੋਲ ਗੇਟ ਤਾਂ ਕਈ ਥਾਂ ਤੇ 10-10 ਵੀ ਬਣੇ ਹੋਏ ਆ, ਕਈ ਥਾਂ ਤੇ ਉਹ ਬੰਦ ਰੱਖਦੇ ਆ ਕਿਉਂਕਿ ਉਹਨਾਂ ਲੇਬਰ ਬਚਾਉਣੀਆਂ ਹੋਰ ਹੈ। ਤਾਂ ਉਹ ਕੀ ਉਹਦੇ ਤੇ ਕੋਈ ਉਹਨਾਂ ਨੂੰ ਕੋਈ ਚੈੱਕ ਹੈ ਜਾਂ ਰਾਹਤ ਦਾ ਕੋਈ ਸਿਲਸਿਲਾ ਹੈ? ਮੈਂ ਸਮਝਦਾ ਕਿ ਇਹ ਇੱਕ ਜਿਹੜਾ ਨਾ ਇੱਕ ਵੱਡਾ ਸਵਾਲ ਹੈ, ਤੇ ਇਹ ਸਰਕਾਰਾਂ ਖੈਰ ਵੇਸੜੀਆਂ ਜਾਣ ਕੇ ਰਹਿੰਦੀਆਂ ਨੇ ਕਿ ਚਲੋ ਜੇ ਕੋਈ ਧਰਨਾ ਲੱਗਦਾ ਤਾਂ ਲੱਗੀ ਜਾਣ ਦਿਓ, ਲੋਕਾਂ ਦਾ ਜਿਹੜਾ ਹੈਗਾ ਗੁੱਸਾ ਵੀ ਰਿਲੀਜ਼ ਹੋ ਜਾਂਦਾ, ਧਰਨੇ 4 ਨਾਅਰੇ ਮਾਰੇ ਹੁੰਦੇ, ਜਾ ਕੇ 2 ਗੀਤ ਗਾਏ ਹੁੰਦੇ, ਲੰਗਰ ਛਕ ਕੇ ਮੁੜੇ ਆਉਂਦੇ ਆ, ਤੇ ਸਰਕਾਰਾਂ ਵੀ ਇਸ ਮਾਮਲੇ 'ਚ ਵੇਸੜੀਆਂ ਰਹਿੰਦੀਆਂ ਨੇ। ਭਾਜੀ ਕੀ ਇਹ ਅਵੇਸੜੇਪਣ ਨਾਲੇ ਡੰਗ ਟਪਾਈ ਚੱਲ ਰਹੀ ਹੈ, ਜਾਂ ਤੁਹਾਨੂੰ ਲੱਗ ਰਿਹਾ ਕਿ ਜਥੇਬੰਦੀਆਂ ਨੇ ਜਿਹੜਾ ਮੁੱਦਾ ਚੁੱਕਿਆ ਇਸ ਨੂੰ ਉਸ ਸਮੇਂ ਵੀ ਲੱਗਦਾ ਸੀ ਅੰਦੋਲਨ ਦੇ ਦੌਰਾਨ ਸ਼ਾਇਦ ਇਹ ਲੋਕ ਲਹਿਰ ਬਣ ਜੂਗੀ, ਲੋਕ ਟੋਲਾਂ ਦੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ, ਇੱਕ ਵਾਰ ਫਿਰ ਜਥੇਬੰਦੀਆਂ ਦੇ ਟੋਲਾਂ ਤੇ ਆ ਗਈਆਂ, ਪਰ ਲੋਕ ਆਉਣਗੇ ਜਾਂ ਨਹੀਂ? ਤੁਹਾਨੂੰ ਲੱਗਦਾ ਕਿ ਟੋਲ ਖਤਮ ਕਰਾਉਣ ਦੇ ਲਈ ਲੋਕਾਂ ਨੂੰ ਕੋਈ ਪਹਿਲ ਕਦਮੀ ਕਰਨੀ ਚਾਹੀਦੀ ਹੈ? ਲੋਕ ਤਾਂ ਜਥੇਬੰਦੀਆਂ 'ਚ ਵੀ ਲੋਕ ਹੀ ਨੇ ਜਿਹੜੇ ਹੁਣ 18+ ਬੈਠੇ ਨੇ ਪਲਾਜਿਆਂ ਤੇ, ਉਹ ਮਜ਼ਦੂਰ ਕਿਸਾਨ ਹੈ। ਹਾਲਾਂਕਿ ਮਜ਼ਦੂਰ ਕੋਲ ਤਾਂ ਵਿਚਾਰੇ ਕੋਲ ਵੈਸੇ ਹੀ ਗੱਡੀ ਦੀ, ਉਹ ਲੋਕਾਂ ਦੀ ਲੜਾਈ ਲੜ ਰਿਹਾ ਹੈ ਨਾ ਬੈਠ ਕੇ, ਗੱਡੀਆਂ ਕਿੰਨੀਆਂ ਕਿੰਨੇ ਮਜ਼ਦੂਰਾਂ ਦੇ ਕੋਲ ਜਾਂ ਬਾਕੀ ਕੋਲ, ਉਹ ਤਾਂ ਹੈ ਹੀ ਹੈ। ਪਰ ਸਵਾਲ ਇਹ ਹੈ ਕਿ ਜਿੱਧਰ ਨੂੰ ਜਾ ਰਿਹਾ ਇਹਨਾਂ ਟਕਰਾਵਾਂ ਨੂੰ ਵੀ ਉਹ ਕਹਿੰਦੇ ਆਪਾਂ ਇੱਥੇ ਹੱਲ ਕਰ ਦਾਂਗੇ। ਇੱਥੇ ਜਿਹੜੇ ਇੱਕ ਗੱਲ ਸੀ ਨਾ ਵੀ ਟੋਲਾਂ ਤੇ ਕੁਝ ਬੰਦਿਆਂ ਨੂੰ ਨੌਕਰੀ ਮਿਲ ਗਈ, ਹੈਨਾ, ਥੋੜੇ ਬਹੁਤ, ਇਹ ਵੀ ਤਾਂ ਇੱਕ ਗੱਲ ਹੈ ਵੀ ਚਲੋ ਮਿਲ ਗਈ, ਇਹਨਾਂ ਦੀ ਨੌਕਰੀ ਵੀ ਜਾ ਰਹੀ ਹੈ ਅਗਲੇ ਦਿਨਾਂ 'ਚ।
ਹਾਂ ਜਦੋਂ ਆ ਪਿੱਛੇ ਜਿਹੜੀ ਉਹ ਕਹਿ ਰਹੇ ਨੇ ਵੀ ਇੱਕ ਸੈਂਟਰਲ ਕੰਟਰੋਲ ਹੋਏਗਾ, GPS ਤੁਹਾਡੀ ਸਾਰੇ ਗੱਡੀਆਂ ਤੇ ਹੋਏਗਾ, ਤੁਹਾਡਾ ਖਾਤਾ ਉਹਦੇ ਨਾਲ ਜੋੜ ਦੇਗਾ, ਉੱਥੇ ਜਿੰਨੇ ਕਿਲੋਮੀਟਰ ਤੋਂ ਉਹ ਸੜਕ ਤੋਂ ਉਤਰ ਗਈ ਉਹਨੇ ਤੁਹਾਡੇ ਜੋ ਕੱਟ ਜਾ ਕਰਨਗੇ। ਟੋਲ ਤੱਕ ਇਹਦੇ ਨਾਲ ਨਾ ਕੇਵਲ ਉਹ ਨੌਕਰੀਆਂ ਚਲੀਆਂ ਜਾਣਗੀਆਂ, ਦੂਜੀ ਗੱਲ ਇਹਦੇ ਨਾਲ ਇਹ ਵੀ ਹੋ ਜਾਏਗੀ ਨਾਲ ਦੀ ਨਾਲ ਕਿ ਕਿਹਦੇ ਨਾਲ ਲੜੂਗਾ ਉੱਥੇ ਖੜ ਕੇ ਬੰਦਾ, ਤੇ ਮਤਲਬ ਸਿਸਟਮ ਜਦੋਂ ਕੱਟਿਆ ਉੱਥੇ ਜਾਣਾ ਤੇ ਕੀ ਕਰਨਾ ਕੀ ਨਹੀਂ। ਤੀਜੀ ਗੱਲ ਇਹਦੇ ਨਾਲ ਇਹ ਹੋ ਜਾਏਗੀ ਕਿ ਜਿਹੜੇ ਸਾਈਬਰ ਕ੍ਰਾਈਮ ਜਿੱਡੇ ਪੱਧਰ ਤੇ ਹੁਣ ਵਾਪਰ ਰਿਹਾ, ਲੋਕਾਂ ਦੇ ਖਾਤਿਆਂ ਦੇ ਖਾਤੇ ਉੱਡ ਰਹੇ ਨੇ ਹੈ ਨਾ ਆ ਸਾਰੇ ਮਾਮਲਿਆਂ 'ਚ, ਤੇ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਹੋਈ ਹੈ ਕਿ ਆਧਾਰ ਜਿਹੜਾ ਕਾਰਡ ਹੈ ਉਹ ਫੰਡਾਮੈਂਟਲ ਰਾਈਟ ਤੁਹਾਡੇ ਨਿਜਤਾ ਦੇ ਸਿਧਾਂਤ ਦੇ ਨਾਲ ਨਹੀਂ ਉਹਨੂੰ ਉਹ ਕਰ ਸਕਦੇ, ਇੱਕ ਖਾਤੇ ਨਾਲ ਜੋੜਨਾ ਉਹਦੇ ਨਾਲ ਜੋੜਿਆ ਜਾ ਰਿਹਾ। ਤੇ ਇਹ ਜੇਕਰ ਇਨਡਾਇਰੈਕਟ ਜੋੜ ਦੇਣਗੇ ਨਾ, ਕੁਝ ਨੂੰ ਤਾਂ ਹੁਣ ਜ਼ਬਰਦਸਤੀ ਦੇਤਾ। ਹੁਣ ਤੁਸੀਂ ਦੇਖ ਲਓ ਕਿ ਲੈਂਡ ਚਲੇ ਜਾਓ ਕੋਈ ਮੋਬਾਈਲ ਫੋਨ, ਉਹ ਕਹਿੰਦੇ ਆਧਾਰ ਦੀ ਕਾਪੀ ਜੀ, ਕਿੰਨਾ ਚਿਰ ਲੜੋਗੇ, ਨਹੀਂ ਤਾਂ ਕਹਿੰਦੇ ਨਹੀਂ ਦਿੰਦੇ ਜੀ, ਤੇ ਬੰਦਾ ਜਾ ਕੇ ਪਰਾਂ ਦੇ ਕੇ ਪਰਾਂ ਕਰਦਾ। ਰੇਲਵੇ 'ਚ ਕੋਈ ਟਿਕਟ ਲੈ ਕੇ ਦਿਖਾਓ ਜਾ ਕੇ, ਤੇ ਤੁਸੀਂ ਇਸ ਤਰੀਕੇ ਬਿਨਾਂ ਆਧਾਰ ਤੋਂ ਜਾ ਕੇ, ਇੱਥੇ ਤੁਸੀਂ ਵੜ ਕੇ ਦਿਖਾਓ 에ਅਰਪੋਰਟਾਂ 'ਚ ਜਾ ਕੇ, ਜਿੱਥੇ ਵੀ ਤੁਸੀਂ ਜਾਂਦੇ ਹੋ। ਤੇ ਹੁਣ ਕਹਿੰਦੇ ਨੇ ਆਪਣੇ ਦੇਤਾ ਕਿ ਪੈਨ ਨਾਲ ਆਧਾਰ ਜੁੜੂਗਾ, ਮਾਰਚ ਜਿਹੜਾ ਦੇਤਾ ਮਹੀਨਾ 31,000 ਔਰ ਕਈ ਗੱਲਾਂ ਤੇ ਆਧਾਰ ਨਹੀਂ ਲਾਗੂ ਕਰੋਗੇ, ਤੁਸੀਂ ਪੈਨ ਲਾਗੂ ਕਰੋਗੇ, ਤੇ ਉਹ ਤਾਂ ਆਪਸ 'ਚ ਜੁੜੇ ਹੋਏ ਨੇ ਉਹਦੇ ਨਾਲ। ਔਰ ਜਿਹੜੀ ਵੱਡੀ ਠੱਗੀ ਵੱਜਣੀ ਹੈ ਲੋਕਾਂ ਨਾਲ, ਆਹ ਜਿਹੜੀਆਂ ਬੈਂਕਾਂ ਤੋਂ ਪੈਸੇ ਚਲੇ ਜਾ ਰਹੇ ਨੇ ਤੁਹਾਡੇ ਖਾਤੇ, ਜਿਹਦੀ ਕੋਈ ਗਰੰਟੀ ਨਹੀਂ ਇਸ ਪੱਧਰ ਦੇ ਉੱਤੇ ਤੁਸੀਂ ਦੇ ਪਾ ਰਹੇ ਹਜੇ ਕਿ ਉਹ ਕਿੱਥੇ ਗਈ। ਔਰ ਉਦੋਂ ਬਹੁਤ ਵੱਡਾ ਇੱਕ ਕੁਐਸਚਨ ਆਇਆ ਸੀ ਟ੍ਰਿਬਿਊਨ 'ਚ, ਵੱਡੀ ਸਟੋਰੀ, ਕਿ ਕਿਵੇਂ ਆਧਾਰ ਕਾਰਡ ਦੇ ਆਧਾਰ ਤੁਹਾਡਾ ਐਕਸੈਸਿਬਲ ਹੈ, ਲੋਕ ਉੱਥੇ ਤੱਕ ਚਲੇ ਗਏ ਨੇ, ਗਵਰਨਮੈਂਟ ਅੱਜ ਤੱਕ ਨਹੀਂ ਜਵਾਬ ਦੇ ਪਾਈ ਬੈਟਰ ਉਸ ਪੱਧਰ ਦਾ। ਤਾਂ ਤੁਸੀਂ ਲੋਕਾਂ ਨੂੰ ਸਮਝਦੇ ਕੀ ਹੋ ਵੀ ਜੋ ਮਰਜ਼ੀ ਹੈਕ ਕਰਕੇ ਲੁੱਟ ਲੂਗਾ ਤੁਹਾਡਾ ਸਿਸਟਮ, ਤੇ ਤੁਸੀਂ ਉਧਰ ਨੂੰ ਹੀ ਜਾਈ ਜਾ ਰਹੇ ਹੋ। ਇਹਦੀ ਪ੍ਰੋਟੈਕਸ਼ਨ ਕਰਨ ਦੀ ਬਜਾਏ, ਇਹਨੂੰ ਸੁਰੱਖਿਅਤ ਕਰਨ ਦੀ ਬਜਾਏ ਉਧਰ ਨੂੰ ਜਾਈ ਜਾਂਦੇ ਹੋ, ਫਿਰ ਆਪਣੇ ਪੱਖ 'ਚ ਡੱਕਾ ਛੱਡਦੇ ਹੋ ਸਾਰਾ। ਮੰਨ ਲਓ ਮੈਂ ਇਹਦਾ ਇੱਕ ਹੋਰ ਗੱਲ ਕਰਾਂ, ਨੈਸ਼ਨਲ ਹਾਈਵੇ ਅਥਾਰਟੀ ਦੇ ਰੂਲ ਨੇ ਕਿ ਜੇ 75% ਕੰਮ ਨਾ ਹੋਇਆ ਜਿੱਥੇ, ਉੱਥੇ ਟੋਲ ਚੱਲ ਨਹੀਂ ਸਕਦਾ, ਪਰ 75% ਕਰਕੇ ਵੀ ਜੇ ਚਾਲੂ ਕਰੋਗੇ ਤਾਂ 75% ਹਿੱਸਾ ਹੀ ਉਹਦਾ ਟੋਲ ਦਾ ਰਹਿਣਾ ਪਊਗਾ। ਇਹ ਤਾਂ ਪਹਿਲਾਂ ਟੋਲ ਸੈਂਟਰ ਖੋਲਦੇ ਨੇ, ਠੀਕ ਹੈ, ਟੋਲ ਖੁੱਲ ਗਏ, ਕੰਜਾਂ ਦਾ ਪੁਲ ਰਹਿੰਦੇ ਹੁੰਦੇ ਨੇ, ਆਪਾਂ ਦਿੱਲੀ ਨੂੰ ਜਾਂਦੇ ਦੇਖਿਆ ਕਿੰਨੇ ਪੁਲ ਨਹੀਂ ਬਣੇ, ਬੜੀ ਦੇਖਿਆ ਇੱਧਰ ਨੂੰ, ਹੁਣ ਵੀ ਰਾਮਪੁਰੇ ਫੂਲ ਨੂੰ ਜਾਂਦੇ ਆ, ਜਦੋਂ ਬਠਿੰਡੇ ਅਸੀਂ ਜਾ ਕੇ ਪਰਸੋਂ ਜੇ ਉਹ ਇੱਕ ਰਹਿੰਦਾ ਹੈ ਜੀ, ਇਹ ਕਿਸੇ ਨੂੰ ਪਤਾ ਕਿ ਉਹ ਪੂਰਾ ਟੋਲ ਲਿਆ ਜਾਂ 75% ਹੀ ਲਿਆ, ਜਾਂ ਕਿੰਨੇ % ਲਿਆ, ਕਿੰਨੇ ਨਹੀਂ ਲਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਦ੍ਰਿਸ਼ ਰੂਪ ਦੇ ਵਿੱਚ ਹੀ ਉਗਰਾਈਆਂ ਜਾ ਰਹੀਆਂ ਨੇ, ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮਿਲ ਕੇ ਨਹੀਂ ਲੁੱਟਿਆ ਜਾ ਰਿਹਾ। ਕਿੰਨੇ ਪੋਲੀਟੀਸ਼ੀਅਨ ਦਾ ਹਿੱਸਾ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ, ਔਰ ਕਿੰਨੇ ਬਿਊਰੋਕਰੇਟਸ ਦਾ ਹਿੱਸਾ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ, ਕਿੰਨਾ ਬਾਕੀ ਸਾਰੇ ਉਹ ਲੋਕ ਜਿਹੜੇ ਖਾਂਦੇ ਨੇ ਰਲ ਮਿਲ ਕੇ ਕਾਮਨ ਮੈਨ ਦੇ ਖਿਲਾਫ। ਤਾਂ ਇਹ ਮੁੱਦਾ ਬਣੇਗਾ। ਮਹਾਰਾਸ਼ਟਰ ਦੇ ਵਿੱਚ ਜਿਹੜੀ ਉਹ ਇੱਕ ਉद्धਵ ਠਾਕਰੇ ਤੋਂ ਅੱਡ ਹੋਈ ਪਹਿਲਾਂ ਸ਼ਿਵ ਸੈਨਾ ਸੀਗੀ, ਰਾਜ ਠਾਕਰੇ, ਉਹਨੇ ਬਹੁਤ ਟੋਲ ਭੰਨੇ ਸੀ। ਮੁੰਬਈ ਦੇ ਵਿੱਚ ਆਪਣੇ ਗੜਗਾਉਂ ਦੇ ਨੇੜੇ ਵੀ ਬਹੁਤ ਲੰਮੇ ਸਮੇਂ ਤੱਕ ਟੋਲ ਪਲਾਜ਼ਾ ਬੰਦ ਰੱਖਿਆ ਗਿਆ, ਉਹ ਸਾਰੇ ਮਾਮਲੇ ਚੋਂ ਚੁਕਾਇਆ ਵੀ ਗਿਆ। ਇਹ ਇਕੱਲਾ ਇੱਥੇ ਦਾ ਸਵਾਲ ਨਹੀਂ, ਸਾਰੇ ਕਿਤੇ ਲੋਕ ਪਰੇਸ਼ਾਨ ਨੇ। ਲੋਕਾਂ ਦੀ ਪਰੇਸ਼ਾਨੀ ਦਾ ਜੇਕਰ ਇਲਾਜ ਨਾ ਲੱਭਣ ਹੁਕਮਰਾਨ, ਤਾਂ ਉਹ ਪਰੇਸ਼ਾਨੀ ਇੱਕ ਹੱਦ ਤੱਕ ਉਦੋਂ ਅੱਗੇ ਵੱਧ ਜਾਂਦੀ ਹੈ, ਫਿਰ ਉਹ ਕਲੈਸ਼ ਦਾ ਜਨਮ ਲੈਂਦੀ ਹੈ। ਉਹ ਲੋਕਾਂ ਦਾ ਕਸੂਰ ਨਹੀਂ ਕਲੈਸ਼ ਦਾ ਜਨਮ ਨੂੰ, ਤੁਸੀਂ ਉਹਨਾਂ ਦਾ ਸਬਰ ਪਰਖ ਰਹੇ ਹੋ, ਤੁਸੀਂ ਉਸ ਪਾਸੇ ਜਾ ਰਹੇ ਹੋ। ਜਿਹੜੀਆਂ ਉਹਨਾਂ ਦੇ ਗ੍ਰੀਵੈਂਸਸ ਨੇ, ਉਹਨਾਂ ਦੀਆਂ ਸ਼ਿਕਾਇਤਾਂ ਨੇ, ਉਹਨੂੰ ਦੂਰ ਕੌਣ ਕਰੂਗਾ? ਕੀ ਪਬਲਿਕਲੀ ਕਿਤੇ ਲਾਇਆ ਹੋਇਆ ਟੋਲਾਂ ਤੇ ਕਿ ਇਸ ਡੇਟ ਨੂੰ ਇਹਨੇ ਬੰਦ ਹੋ ਜਾਣਾ? ਜੀ ਜਨਤਕ ਤੌਰ ਤੇ ਕਿਤੇ ਤੁਸੀਂ ਦੱਸ ਰਹੇ ਹੋ ਵੀ ਆਹ ਚੀਜ਼ਾਂ ਨੇ ਇੰਨੀਆਂ ਇੰਨਾ ਇਹ ਕੀਤਾ ਹੋਇਆ, ਤੁਸੀਂ ਤਾਂ ਉਨੀ ਕੁ ਜਾਣਕਾਰੀ ਵੀ ਨਹੀਂ ਦਿੰਦੇ ਜਿਹੜੇ ਆਰਟੀਆਈ 'ਚ ਜ਼ਰੂਰੀ ਹੈ, ਜਿਹੜੀ ਸਮਝੌਤੇ ਕਰਨ ਵੇਲੇ ਜ਼ਰੂਰੀ ਹੈ ਫੰਡਾਮੈਂਟਲ ਤੌਰ ਦੇ ਉੱਤੇ, ਉਹ ਵੀ ਜੇ ਪਬਲਿਕ ਡੋਮੇਨ 'ਚ ਨਹੀਂ ਲਿਆਉਂਦੇ ਤਾਂ ਮਿਲੀ ਭੁਗਤ ਹੈ। ਭਾਜੀ ਮੈਂ ਟੋਲ ਤੋਂ ਹਟ ਕੇ ਇਹਦੇ ਨਾਲ ਟਰਾਂਸਪੋਰਟ ਵਾਲਾ ਮਾਮਲਾ ਵੀ ਖੂਬ ਚਰਚਾ 'ਚ, ਮੈਂ ਉਹਦੇ ਥੋੜਾ ਜਿਹਾ ਉਹਦੇ ਪਰ ਆਉਣਾ ਚਾਹੁੰਦਾ ਕਿ ਅੱਜ ਕੱਲ੍ਹ ਚੰਡੀਗੜ੍ਹ 'ਚ ਬੱਸਾਂ ਦਾਖਲ ਹੋਣ ਨੂੰ ਲੈ ਕੇ ਖੂਬ ਰੌਲਾ ਪੈ ਰਿਹਾ। ਏਅਰ ਕੰਡੀਸ਼ਨ ਬੱਸਾਂ ਮੰਤਰੀ ਸਾਹਿਬ ਨੇ ਕਿਹਾ ਸੀ 13 ਦਸੰਬਰ ਨੂੰ, ਲਾਲਜੀ ਭੁੱਲਰ ਉਹਨਾਂ ਨੇ ਕਿਹਾ ਸੀ ਰੋਕਤੀਆਂ ਜੀ, ਪਰ ਉਹ ਅੱਜ ਤੱਕ ਬਰਕਰਾਰ ਨੇ। 70-72 ਪਰਮਿਟ ਨੇ ਜਿਹੜੇ 43 ਬੱਸ ਅੱਡੇ 'ਚ ਏਅਰ ਕੰਡੀਸ਼ਨ ਬੱਸਾਂ ਵੜਦੀਆਂ ਨੇ, ਉਹ ਵੱਡੇ ਘਰਾਣਿਆਂ ਦੀਆਂ ਬੱਸਾਂ ਨੇ। ਇਹ ਲੜਾਈ ਮਤਲਬ ਕਿੱਧਰ ਨੂੰ ਲੈ ਕੇ ਜਾ ਰਹੇ ਨੇ, ਤੇ ਫਿਰ ਪਿੱਛੇ ਵੀ ਹਟ ਰਹੇ ਨੇ ਉਹ ਤੋਂ। ਪਹਿਲੀ ਗੱਲ ਤਾਂ ਦੀਪਕ ਜੀ, ਜਿਸ ਤਰੀਕੇ ਦੇ ਨਾਲ ਸਾਰਾ ਟਰਾਂਸਪੋਰਟ ਨੂੰ ਗ੍ਰੈਬ ਕੀਤਾ ਗਿਆ ਪਿਛਲੀਆਂ ਸਰਕਾਰਾਂ ਦੇ ਦੌਰਾਨ, ਵੱਡੇ ਘਰਾਣਿਆਂ ਨੇ ਜਿਨ੍ਹਾਂ ਦੇ ਰਾਜਨੀਤੀ ਨਾਲ ਵੀ ਸੰਬੰਧ ਸੀ, ਉਹਨਾਂ ਕੋਲੇ ਸਰਮਾਇਆ ਵੀ ਸੀਗਾ, ਤੇ ਇਦਾਂ ਦਾ ਜਿਹੜਾ ਸਰਮਾਇਆ ਉਹਨੂੰ ਦੋਨੇ ਪਾਸਿਓਂ, ਇੱਕ ਪਾਸੇ ਉਹ ਪੈਸਾ ਵਾਈਟ ਮਨੀ ਵੀ ਹੋ ਜਾਂਦਾ ਹੈ, ਤੇ ਦੂਜੇ ਪਾਸੇ ਉਹਨੂੰ ਪਬਲਿਕ ਸਰਵਿਸ ਦੇ ਨਾਂ ਤੇ ਜਿਹੜਾ ਹੈਗਾ ਉਹਦੇ ਚੋਂ ਅੱਗੇ ਕਮਾਈ ਵੀ ਕੀਤੀ ਜਾਂਦੀ ਹੈ। ਸੋ ਇਹ ਸਰਕਾਰ ਨੇ ਆਉਣ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਿਛਲੀ ਸਰਕਾਰ ਵੀ ਜਦੋਂ ਸੀ, ਮੈਨੂੰ ਯਾਦ ਹੈ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ, ਉਹਨਾਂ ਨੇ ਵੀ ਕਾਫੀ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਬੱਸਾਂ ਬੰਦ ਕੀਤੀਆਂ ਜਾਣ ਵੱਡੇ ਘਰਾਣੇ ਦੀਆਂ ਜਾਂ ਹੋਰ ਹੈ।
ਤੇ ਇਸ ਸਰਕਾਰ ਨੇ ਵੀ ਜਿਹੜੀ ਮੈਂ ਸਮਝਦਾ ਕਿ ਜਦੋਂ ਕੋਈ ਵੀ ਮੰਤਰੀ ਹੈ ਜਾਂ ਭਾਵੇਂ ਮੁੱਖ ਮੰਤਰੀ ਹੈ, ਜਦੋਂ ਉਹ ਬਿਆਨ ਦਿੰਦਾ ਉਹਦੇ ਪਿੱਛੇ ਸਾਰੀ ਜਿਹੜੀ ਇਹ ਗੱਲਬਾਤ ਕੀ ਹੈ, ਉਹਦਾ ਪਿਛੋਕੜ ਕੀ ਹੈ, ਉਹਦੇ ਪਿੱਛੇ ਜਿਹੜੀਆਂ ਕਾਨੂੰਨੀ ਜਿਹੜੀਆਂ ਗੱਲਾਂ ਨੇ ਉਹ ਕੀ ਨੇ, ਮੇਰਾ ਖਿਆਲ ਹੈ ਜਾਂ ਤਾਂ ਉਹਨੂੰ ਉਹਦਾ ਗਿਆਨ ਨਹੀਂ ਹੁੰਦਾ ਤੇ ਜਾਂ ਉਹ ਜਾਣਬੁੱਝ ਕੇ ਉਹਨੂੰ ਇਗਨੋਰ ਕਰਕੇ ਅੱਗੇ ਗੱਲ ਕਰਦੇ ਆ, ਮਾਰ ਕੇ ਬਾਜੀ ਵਾਲੀ ਗੱਲ ਕਰਦੇ ਆ ਕਿ ਲੋਕਾਂ ਨੂੰ ਲੱਗੇ ਬੱਲੇ ਬੱਲੇ ਵੱਡੀ ਗੱਲ ਕਰਤੀ। ਤੇ ਜੇ ਚੰਡੀਗੜ੍ਹ ਦੇ ਵਿੱਚ ਬੱਸਾਂ ਦੀ ਐਂਟਰੀ ਹੋਣੀ ਹੈ ਜਾਂ ਨਹੀਂ ਹੋਣੀ, ਇਹ ਪੰਜਾਬ ਗਵਰਨਮੈਂਟ ਦਾ ਕੋਈ ਇਹ ਰਾਈਟ ਹੀ ਨਹੀਂ, ਇਹ ਕੇਂਦਰੀ ਪ੍ਰਬੰਧਿਤ ਪ੍ਰਦੇਸ਼ ਨੇ ਦੇਖਣਾ ਕਿ ਇੱਥੇ ਐਂਟਰੀ ਹੋਣੀ ਹੈ ਜਾਂ ਨਹੀਂ ਹੋਣੀ ਹੈ। ਤੇ ਪੰਜਾਬ ਦੀ ਰਾਜਧਾਨੀ ਤਾਂ ਹਰਿਆਣਾ ਦੀ ਵੀ ਰਾਜਧਾਨੀ ਤਾਂ ਇਹ, ਜਦੋਂ ਮੈਨੂੰ ਯਾਦ ਹੈ ਜਦੋਂ 1966 ਤੋਂ ਬਾਅਦ ਜਦੋਂ ਜਿਹੜੇ ਸੀਗੇ ਬਕਾਇਦਾ ਉਹਦੇ ਤੇ ਜਿਹੜੇ ਮਲਟੀ ਸਟੇਟ ਪਰਮਿਟ ਬਣੇ, ਰੂਟ ਪਰਮਿਟ ਨਿਕਲੇ, ਕਿਉਂਕਿ ਉਦੋਂ ਖਾਸ ਕਰਕੇ ਜਿਹੜੀ ਤੁਹਾਨੂੰ ਯਾਦ ਹੋਏਗਾ ਸਿਰਫ ਦੋ ਜਿਹੜੀਆਂ ਟਰਾਂਸਪੋਰਟਾਂ ਜਿਹੜੀਆਂ ਦੋ ਸਟੇਟਸ ਜਾਂਦੀਆਂ ਸੀ ਪੰਜਾਬ ਹਰਿਆਣਾ 'ਚ, ਇੱਕ ਅੰਬਾਲਾ ਬੱਸ ਸਿੰਡੀਕੇਟ, ਇੱਕ ਮਲੋਟ ਜਿਹੜੀ ਸੀ ਫਾਜ਼ਿਲਕਾ ਡੱਬ ਵਾਲੀ ਜਿਹੜੀ ਬਾਦਲ ਦੀ ਸੀਗੀ, ਤੇ ਹੋਰ ਸਾਰੀਆਂ ਦੇ ਪਰਮਿਟ ਬੰਦ ਹੋ ਗਏ ਸੀ, ਸਾਰੀਆਂ ਬੱਸਾਂ ਰਾਤੇ ਰਾਤ ਖੜੀਆਂ ਹੋ ਗਈਆਂ ਸੀ, ਕਿਸੇ ਨੇ ਘਾਟਾ ਪਾ ਕੇ ਵੇਚੀਆਂ, ਕਿਸੇ ਨੇ ਰੂਟ ਪਰਮਿਟ ਉੱਥੋਂ ਤੱਕ ਲਏ ਜਿੱਥੋਂ ਮੈਨੂੰ ਯਾਦ ਹੈ ਬਰਨਾਲਾ ਸਿਰਸਾ ਜਿਹੜੇ ਰੂਟ ਸੀਗੇ ਜਾਂ ਲੁਧਿਆਣਾ ਸਿਰਸਾ ਰੂਟ ਸੀ ਉਹ ਫਿਰ ਸਰੂਗੜ੍ਹ ਤੱਕ ਰਹਿ ਗਏ ਸੀ। ਤੇ ਹੁਣ ਉਦੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਗੱਲ ਚੱਲੀ ਜਾਂ ਕਿਵੇਂ, ਇੱਕ ਇਹਦੇ 'ਚ ਹੋਰ ਜਿਹੜੀ ਗੱਲ ਹੈ, ਜਿਹੜੀਆਂ ਲਗਜ਼ਰੀ ਬੱਸਾਂ ਨੇ ਉਹਨਾਂ ਤੇ ਉਹ ਧਾਰਾ ਲਾਗੂ ਨਹੀਂ ਹੁੰਦੀ ਜਿਹੜੀ ਪਬਲਿਕ ਟਰਾਂਸਪੋਰਟ ਵਾਲੀ ਹੈ। ਇਹ ਸ਼ਾਇਦ ਜਾਂ ਤਾਂ ਹੁਣ ਪਤਾ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਇਹਨੂੰ ਕਿੱਦਾਂ ਇਹਨੂੰ ਪੇਸ਼ ਕੀਤਾ ਗਿਆ ਲਾਲਜੀਤ ਭੁੱਲਰ ਹੋਰਾਂ ਨੇ ਜਾਂ ਹੋਰ ਹੈ। ਤੇ ਲਗਜ਼ਰੀ ਬੱਸਾਂ ਤਾਂ ਇੱਥੇ ਰਾਜਸਥਾਨ ਦੀਆਂ ਵੀ ਚੱਲਦੀਆਂ ਨੇ, ਉੱਥੋਂ ਦੇ ਵੀ ਜਿਹੜੇ ਵੱਡੇ ਘਰਾਣੇ ਨੇ ਜਾਂ ਹੋਰ ਹੈ, ਤੇ ਜਿਹੜੀਆਂ ਹੈਗੀਆਂ ਯੂਪੀ ਮੱਧ ਪ੍ਰਦੇਸ਼ ਤੱਕ ਵਿਜੇ ਟਰਾਂਸਪੋਰਟ ਹੈ, ਹੋਰ ਕਿੰਨੀਆਂ ਉਹ ਵੀ ਚੱਲਦੀਆਂ ਨੇ। ਤੇ ਇਸ ਕਰਕੇ ਇਹ ਹੈਗਾ ਵੀ ਇਹ ਹੋ ਸਕਦਾ ਉਦੋਂ ਮੰਤਰੀ ਨੇ ਇੱਕ ਵੱਡਾ ਇੱਕ ਗੱਲ ਕਹਿਣ ਵਾਸਤੇ ਵੀ ਅਸੀਂ ਲੋਕਾਂ ਨੂੰ, ਕਿਉਂਕਿ ਇੱਕ ਕੁਦਰਤੀ ਇੱਕ ਗੁੱਸਾ ਹੁੰਦਾ ਵੈਸੇ ਹੀ ਵੱਡੇ ਘਰਾਣਿਆਂ ਪ੍ਰਤੀ ਜਾਂ ਹੋਰ ਕਿਤੇ ਨਾ ਕਿਤੇ ਉਹਨਾਂ ਦੇ ਮਾਨਸਿਕ ਤੌਰ ਤੇ ਗੱਲ 'ਚ ਪਈ ਹੁੰਦੀ ਹੈ ਵੀ ਲੁੱਟ ਰਹੇ ਆ, ਕਿਸੇ ਵੀ ਤਰੀਕੇ ਨਾਲ ਲੁੱਟ ਰਹੇ ਆ। ਕਿੰਨੀਆਂ ਖਬਰਾਂ ਆਉਂਦੀਆਂ ਸੀ ਪਹਿਲਾਂ ਵੀ ਆਹ ਜੀ ਔਰਬਿਟ ਬੱਸ ਨੇ ਜੀ ਉੱਥੇ ਫੇਟ ਮਾਰਤੀ, ਔਰਬਿਟ ਬੱਸ ਵਾਲਿਆਂ ਨੇ ਉੱਥੇ ਸਵਾਰੀਆਂ ਕੁੱਟਤੀਆਂ, ਤੇ ਹਾਂ ਜੀ ਮਤਲਬ ਕਿ ਇਹ ਜਿਹੜਾ ਹੁਣ ਇਹਨੂੰ ਜਿਹੜੀ ਗੱਲ ਬਿਲਕੁਲ ਇਸ ਗੱਲ ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਹਮੀਰ ਸਿੰਘ ਜੀ ਹੋਰ ਇਹਦੇ 'ਚ ਵੱਧ ਵਿਸਥਾਰ ਨਾਲ ਦੱਸ ਸਕਦੇ ਆ ਕਿ ਕੀ ਜਿਹੜੀ ਹੈ ਜਿੰਨੀਆਂ ਵੀ ਲਗਜ਼ਰੀ ਬੱਸਾਂ ਨੇ, ਲਗਜ਼ਰੀ ਬੱਸਾਂ ਦੇ ਜਿਹੜੇ ਕਿਰਾਏ ਨੇ, ਕੀ ਉਹ ਇੱਕ ਆਮ ਜਿਹੜੀ ਪਬਲਿਕ ਟਰਾਂਸਪੋਰਟ ਆ ਉਹਦੇ ਨਾਲ ਕਿਤੇ ਮੈਚ ਕਰਦੇ ਆ? CTU ਦੀ, ਪਨ ਬੱਸ ਦੀ, ਹਰਿਆਣਾ ਰੋਡਵੇਜ਼ ਦੀ, ਇਹਨਾਂ ਕੋਲੇ ਸਾਰਿਆਂ ਕੋਲੇ ਜਿਹੜੀਆਂ ਵੋਲਵੋ AC ਬੱਸਾਂ ਹੈਗੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਉਹਨਾਂ ਦੇ ਤੇ ਜਿਹੜੀਆਂ ਪ੍ਰਾਈਵੇਟ ਇਹਨਾਂ ਦੇ ਕਿਰਾਏ ਦੇ ਵਿੱਚ ਕਿੰਨਾ ਫਰਕ ਹੈ? ਬਿਲਕੁਲ ਹਮੀਰ ਭਾਜੀ ਜਿਹੜੀ ਗੱਲ ਭਾਜੀ ਹੋਣੀ ਕਰ ਰਹੇ ਨੇ, ਪੰਜਾਬ 'ਚ ਇੱਕ ਹੋਰ ਪਹਿਲੂ ਤੇ ਵੀ ਚਰਚਾ ਚੱਲਦੀ ਹੈ ਕਿ ਜਿਵੇਂ ਅੱਡਿਆਂ ਦੇ ਟਾਈਮ ਖਾਣ ਦਾ ਮਸਲਾ ਖੜਾ ਹੈ। ਕਹਿੰਦੇ ਜੀ 1 ਮਿੰਟ ਪਹਿਲਾਂ ਸਰਕਾਰੀ ਬੱਸ ਨੂੰ ਭੇਜਣ ਦੇ ਵੀ ਇਹ ਪੈਸੇ ਦਿੰਦੇ ਨੇ ਪ੍ਰਾਈਵੇਟ ਵਾਲੇ ਕਿ ਤੂੰ ਪਹਿਲਾਂ ਚੱਲ ਜਾ ਹੈ, ਜਾਂ ਉਹ ਰੂਟ ਚੱਕਣ ਦੇ ਲਈ, ਉਹ ਟਾਈਮ ਲੈਣ ਦੇ ਲਈ ਕਿ ਇਹ ਸਾਡੇ ਕੋਲ ਹੋਊਗਾ, ਇਹਦਾ ਵੀ ਉੱਥੇ ਸੌਦੇਬਾਜ਼ੀ ਚੱਲਦੀ ਹੈ। ਇੱਕ ਇਹ ਪਹਿਲੂ ਹੈ। ਦੂਸਰਾ ਪਹਿਲੂ ਜਿਹੜਾ ਇਹ ਗੱਲ ਕਰ ਰਹੇ ਰੇਟ ਦਾ, ਇਹ ਮੈਂ ਤੁਹਾਨੂੰ ਇੱਕ ਜਿਉਂਦਾ ਉਦਾਹਰਨ ਦੱਸ ਦਿੰਦਾ ਕਿ ਇੱਕ ਪਾਸੇ ਅੰਮ੍ਰਿਤਸਰ ਤੱਕ ਦਾ ਮੰਨ ਲਓ ਕਿਰਾਇਆ 600 ਰੁਪਏ ਹੈ ਸਰਕਾਰੀ ਬੱਸ ਦਾ ਹੀ, ਜਿਹੜੀ ਬੱਸ ਇਹਨਾਂ ਦੀ ਵੀ ਉਹੀ ਜੀ ਵੋਲਵੋ ਬੱਸਾਂ ਨੇ, ਪਰ ਉਹੀ ਉੱਥੇ ਖੜ ਕੇ ਦੱਸਦੇ ਨੇ ਕਿ ਨਹੀਂ ਆ 300 'ਚ ਵੀ ਲੈ ਜਾਊਗਾ ਪ੍ਰਾਈਵੇਟ ਵਾਲਾ, ਤੇ ਉਸੇ ਬੱਸ 'ਚ 500 ਵਾਲਾ ਵੀ ਬੈਠਾ, ਉਸੇ 'ਚ 300 ਵਾਲਾ ਵੀ ਬੈਠਾ, ਉਹ 'ਚ 250 ਨੂੰ ਵੀ ਲੈ ਜਾਂਦੇ ਨੇ ਕਿ ਜਦੋਂ ਤੁਰਨ ਦਾ ਟਾਈਮ ਹੈ ਸੀਟ ਭਰਨੀ ਆ ਬਸ। ਸੋ ਆਹ ਜਿਹੜਾ ਮਿਲੀ ਭੁਗਤ ਵਾਲਾ ਖੇੜਾ ਉਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਧੱਕਾ ਲੱਗ ਰਿਹਾ ਤੇ ਉਹਨਾਂ ਦੀ ਲੁੱਟ ਵੀ ਬਰਕਰਾਰ ਹੈ। ਪਰ ਇੱਥੇ ਲੜਾਈ ਚੱਲੀ ਜਾਂਦੀ ਹੈ ਚੰਡੀਗੜ੍ਹ 'ਚ ਬੱਸ ਦਾਖਲ ਹੋਊ ਜਾਂ ਨਹੀਂ। ਨਹੀਂ, ਪਹਿਲਾਂ ਤਾਂ ਇੱਕ ਪੈਰਲਲ ਇਹ ਹੈ ਜਿਵੇਂ ਹਰਿਆਣਾ ਹੈ ਤੇ ਹਿਮਾਚਲ ਹੈ, ਉੱਥੇ ਦਾ ਪ੍ਰਾਈਵੇਟ ਬੱਸ ਦਾ ਸਿਸਟਮ ਹੀ ਨਹੀਂ ਹੈ ਨਾ, ਉਹ ਤਾਂ ਟਰਾਂਸਪੋਰਟ ਆਪਣੀ ਚੱਲਦੀ ਹੈ ਤੇ ਉਸੇ ਤੇ ਫੋਕਸ ਹੈ। ਹਾਂ, ਪੰਜਾਬ ਨੇ ਜਿਹੜੇ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਰਟਰ ਸੀਗੇ, ਜਦੋਂ ਉਹੀ ਪੋਲੀਟੀਸ਼ੀਅਨ ਸੀਗੇ, ਉਹੀ ਪੋਲੀਟੀਸ਼ੀਅਨ ਹੈ ਤੇ ਉਹੀ ਹੈ। ਔਰ ਬੜੇ ਲੰਮੇ ਸਮੇਂ ਤੱਕ ਇਹ ਰਿਹਾ ਇੱਥੇ ਕਿ ਜਦੋਂ ਕਾਂਗਰਸ ਦੀ ਸਰਕਾਰ ਆ ਜਾਂਦੀ ਸੀ ਉਦੋਂ ਅਵਤਾਰ ਹੈਨਰੀ ਟਰਾਂਸਪੋਰਟਰਾਂ ਦਾ ਪ੍ਰਧਾਨ ਤੇ ਕਰਤਾਰ ਬੱਸ ਵਾਲੇ, ਤੇ ਜਦੋਂ ਅਕਾਲੀ BJP ਦੀ ਆ ਜਾਂਦੀ ਸੀ ਉਦੋਂ ਵਿਚਾਲੇ ਹੁਣ ਨਹੀਂ ਰਹੇ, ਉਹ ਸੀਗੇ ਸਾਨੀ ਬਟਾਲੇ ਵਾਲੇ, ਉਹ ਉਹਨਾਂ ਦੇ ਪ੍ਰਧਾਨ ਹੁੰਦੇ ਸੀ ਨਾ, ਆ ਜਾਂਦਾ ਇੰਨੇ ਨਾਲ ਉਹ ਸਰਕਾਰਾਂ ਨਾਲ, ਕਿਉਂਕਿ ਆਪਸਦਾਰੀ ਸੀ, ਜਿਹੜਾ ਆਪਸ ਦੇ ਵਿੱਚ ਉਹਨਾਂ ਦੀਆਂ ਟਰਾਂਸਪੋਰਟਾਂ ਸੀ ਚੱਲਦੇ ਸੀਗੇ। ਔਰ ਜਦੋਂ ਆਪਣਾ ਹੁੰਦਾ ਤੇ ਉਹੀ ਬੰਦੇ ਉੱਥੇ ਤਾਕਤ 'ਚ ਹੁੰਦੇ ਨੇ, ਤਾਂ ਜਿਹੜਾ ਇੰਟਰਸਟ ਨੇ ਉਹਨਾਂ ਦਾ ਤਾਲਮੇਲ ਉਵੇਂ ਹੋ ਜਾਂਦਾ, ਕਲੈਸ਼ ਆਫ ਇੰਟਰਸਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਹਿੱਤਾਂ ਦਾ ਟਕਰਾਅ ਸੁਭਾਵਿਕ ਹੈ। ਨਾਰਮਲੀ ਇਹ ਇਸੇ ਲਈ ਪੋਲੀਟੀਸ਼ੀਅਨ ਤੋਂ ਇਹ ਮੰਨਿਆ ਜਾਂਦਾ ਰਿਹਾ ਕਿ ਉਦੋਂ ਉਹ ਡਿਟੈਚ ਕਰੂਗਾ ਆਪਣੇ ਵਪਾਰ ਨਾਲੋਂ ਆਪਣੇ ਆਪ ਨੂੰ, ਕਿ ਮੇਰਾ ਇੰਨਾ ਚਿਰ ਕੋਈ ਸੰਬੰਧ ਨਹੀਂ ਹੈ ਕਿਸੇ ਵੀ ਇਸ ਤਰੀਕੇ ਨਾਲ। ਪਰ ਸਾਡਾ ਪੋਲੀਟੀਸ਼ੀਅਨ ਤਾਂ ਡਿਫੈਂਡ ਕਰਦਾ, ਸਾਡਾ ਤਾਂ ਉਹਦੇ ਤੇ ਇਹ ਕਹਿੰਦਾ ਨਾ ਕਿ ਮੈਂ ਇਹ ਪਹਿਲਾਂ ਤੋਂ ਕਰ ਰਿਹਾ, ਮੈਂ ਤਾਂ ਇਹ ਕਰੂੰਗਾ ਜਾਂ ਨਹੀਂ ਕਰੂੰਗਾ। ਬਿਜ਼ਨਸ ਹੋਵੇ, ਬਿਜ਼ਨਸ ਤੁਸੀਂ ਬਿਜ਼ਨਸ ਚੋਂ ਆਇਆ, ਪਰਿਵਾਰ ਦੇ ਦੂਜੇ ਮੈਂਬਰ ਅਲੱਗ ਕਰਦੇ ਰਹਿਣ, ਤੁਹਾਡਾ ਤਾਂ ਉਹਦੇ ਚੋਂ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ। ਔਰ ਬਹੁਤ ਚੀਜ਼ਾਂ ਨੇ ਐਸੀਆਂ ਜਿਹੜੇ ਬੋਰਡ ਆਫ
ਕੈਪਟਨ ਅਮਰਿੰਦਰ ਸਿੰਘ ਸੀਗੇ ਜਿਹੜਾ ਫੋਰਟਿਸ ਦੀ ਕੰਪਨੀ ਟੋਟਲੀ ਦੇ ਬੋਰਡ ਆਫ ਗਵਰਨਰ ਚ, ਜਿੱਦਣ ਉੱਥ ਲੈਂਦੀ ਹੈ ਤਾਂ ਉੱਥੋਂ ਬੋਰਡ ਗਵਰਨਰ ਚੋਂ ਅਸਤੀਫਾ ਦੇ ਕੇ ਆਉਣਾ ਪੈਂਦਾ, ਮੇਰਾ ਹੁਣ ਇਹਦੇ ਨਾਲ ਲਾਗਾ ਦੇਗਾ ਨਹੀਂ, ਚਾਹੇ ਅੰਦਰੋਂ ਰਹਿੰਦਾ ਨਹੀਂ ਰਹਿੰਦਾ। ਪਰ ਇੱਕ ਗੱਲ ਤਾਂ ਹੈ ਨਾ, ਜਿਵੇਂ ਜੱਜ ਜੱਜਮੈਂਟ ਕਰਦੇ ਨੇ, ਕਿਸੇ ਕੋਲ ਕੇਸ ਹੈ, ਪਹਿਲਾਂ ਉਹ ਵਕੀਲ ਰਿਹਾ ਹੋਵੇ ਕਿਸੇ ਦਾ, ਤੁਹਾਡਾ ਸਾਡਾ, ਤਾਂ ਉਹ ਕੇਸ ਜਾਵੇ, ਉਹ ਵੀ ਰਿਕਿਊਜ਼ ਕਰ ਜਾਂਦਾ ਆਪਣੇ ਆਪ ਨੂੰ ਵਾਪਸ, ਕਿ ਕਿਤੇ ਇਹ ਪ੍ਰਭਾਵ ਨਾ ਜਾਵੇ ਕਿ ਇਹ ਇੱਕ ਪਰਸੈਪਸ਼ਨ ਗੇਮ ਹੈ। ਚਾਹੇ ਬਹੁਤ ਓਨੈਸਟ ਹੋਵੇ, ਨਾ ਕੁਝ ਕਰੇ, ਦੇਖੇ, ਪਰ ਇਸ ਤਰੀਕੇ ਨਾਲ ਕਰਨਾ ਸਾਡੇ ਤਾਂ ਸ਼ਰੇਆਮ, ਸਾਡੇ ਪਰਸੈਪਸ਼ਨ ਨਹੀਂ ਹੈ, ਸਾਡੇ ਰਿਐਲਿਟੀ ਹੈ। ਕਿੰਨੀਆਂ ਬੱਸ ਕੰਪਨੀਆਂ ਖਰੀਦੀਆਂ ਗਈਆਂ, ਕਿੰਨੀਆਂ ਉਸ ਟੈਨਿਓਰ ਚ ਬਣ ਗਈਆਂ, ਕਿੰਨੀਆਂ ਆਪਣੀਆਂ ਹੀ ਏਸੀ ਬੱਸਾਂ ਪਹਿਲਾਂ ਲਾਗੂ ਕੀਤੀਆਂ, ਪਬਲਿਕ ਟਰਾਂਸਪੋਰਟ ਚ ਪਹਿਲਾਂ ਨਹੀਂ ਪਾਈਆਂ, ਉਹ ਉਸ ਲੈਵਲ ਤੇ ਪਹਿਲਾਂ ਆਪਣਾ ਸੈਟਅਪ ਉਹ ਕੀਤਾ। ਔਰ ਜੇ ਉੱਥੋਂ ਦਾ ਜਨਰਲ ਮੈਨੇਜਰ ਪੀਆਰਟੀਸੀ ਰੋਡਵੇਜ ਦੇ ਮੁਲਾਜ਼ਮਾਂ ਦਾ ਬੜੀ ਵਾਰ ਟਕਰਾਅ ਹੁੰਦਾ ਰਿਹਾ, ਪਰ ਸਰਕਾਰ ਮੋੜਵੇਂ ਉਹਦੇ ਨਾਲ ਖੜਨ ਦੀ ਬਜਾਏ ਪ੍ਰਾਈਵੇਟ ਪਲੇਅਰਾਂ ਨਾਲ ਖੜਦੀ ਰਹੀ ਹੈ, ਦੇਖੀ ਗਈ ਹੈ ਪਰਚੇ ਦਰਜ ਹੋਣ ਤੋਂ ਲੈ ਕੇ ਵੱਖ-ਵੱਖ ਮਾਮਲਿਆਂ 'ਚ। ਔਰ ਉਸ ਮਾਮਲੇ ਦੇ ਵਿੱਚ ਫਿਰ ਜਿਹੜਾ ਟਕਰਾਅ ਹੈ ਤਾਂ ਆਟੋਮੈਟਿਕਲੀ ਇਹਨਾਂ ਨੇ ਇੱਥੇ ਵਾਲਾ ਕਰ ਲਿਆ, ਉਦੋਂ ਗਵਰਨਰ ਸਾਹਿਬ ਤੋਂ ਕਰਵਾ ਲਿਆ ਕਿ ਸਾਡੀਆਂ ਇਹ ਬੱਸਾਂ ਇੱਥੇ ਤੱਕ 43 ਤੱਕ ਆਇਆ ਕਰਨਗੀਆਂ, ਜਿਹੜੀਆਂ ਪ੍ਰਾਈਵੇਟ ਨੇ ਕੇਵਲ ਤੇ ਕੇਵਲ ਏਸੀ ਤੇ ਲਗਜ਼ਰੀ, ਦੂਜਿਆਂ ਨਹੀਂ, ਦੂਜੀਆਂ ਪ੍ਰਾਈਵੇਟ ਨਹੀਂ ਆਉਣਗੀਆਂ। ਪਰ ਮੈਨੂੰ ਤਾਂ ਲੱਗਦਾ ਕਿ ਜੇ ਤੁਸੀਂ ਟੇਕ ਅਪ ਕਰਦੇ, ਹਰਿਆਣਾ ਵੀ ਕਰਦਾ, ਹਰਿਆਣੇ ਦੇ ਤਾਂ ਕਿਉਂਕਿ ਮਾਮਲਾ ਹੀ ਨਹੀਂ ਹੈ, ਹਰਿਆਣੇ ਦੀਆਂ ਤਾਂ ਸਾਰੀਆਂ ਬੱਸਾਂ ਨੇ ਸਰਕਾਰੀ ਨੇ, ਤਾਂ ਸਾਰੀਆਂ ਇੱਥੇ ਆਉਂਦੀਆਂ ਨੇ ਚੰਡੀਗੜ੍ਹ ਦੇ ਵਿੱਚ। ਇਹ ਮਾਮਲਾ ਸਾਡੇ ਪ੍ਰਾਈਵੇਟ ਟਰਾਂਸਪੋਰਟ ਦਾ, ਸਾਡੀ ਵੀ ਪੀਆਰਟੀਸੀ ਦੇ ਰੋਡਵੇਜ ਨੂੰ ਤਾਂ ਕੋਈ ਦਿੱਕਤ ਨਹੀਂ ਨਾ, ਜਿਹੜੀਆਂ ਨਾਰਮਲੀ ਆਉਂਦੀਆਂ ਨੇ ਉਸ ਪੱਧਰ ਦੇ ਉੱਤੇ। ਤੇ ਜੇ ਕਰਦੇ ਕਿ ਸਾਡੀ ਰਾਜਧਾਨੀ ਹੈ, ਸਾਨੂੰ ਇਸ ਰੂਪ ਚ ਇੱਕ ਪ੍ਰਿੰਸੀਪਲੀ ਇਹ ਟਾਈ ਅਪ ਕਰਨਾ ਕਿ ਇੱਥੇ ਆਉਣ ਦੀ ਇਜਾਜ਼ਤ ਦਿਓ, ਉਹ ਸ਼ਾਇਦ ਵਾਜਬ ਮਾਮਲਾ ਬਣਦਾ, ਹੋਰ ਕਿਸਮ ਦਾ ਮਾਮਲਾ ਬਣਦਾ ਸੀ, ਪਰ ਕਰਨਾ ਤਾਂ ਆਪਣੇ ਲਈ ਹੈ ਜੀ। ਔਰ ਇਸੇ ਲਈ ਉੱਥੇ ਚੱਲਦਾ ਰਿਹਾ ਜਿੱਥੇ ਜਿੱਥੇ ਮੇਨ ਅੱਡੇ ਸੀਗੇ ਕਿ ਉਹ ਟਾਈਮ ਟੇਬਲ ਦੇ ਵਿੱਚ ਛੇੜਖਾਨ, ਇਹ ਵੀ ਬਹੁਤ ਵੱਡੀਆਂ ਮੰਗਾਂ ਉਹਨੇ। ਪਰ ਸਾਡਾ ਪੋਲੀਟੀਸ਼ੀਅਨ ਕੀ ਕਰਦਾ, ਜਿਵੇਂ ਰਾਜਾ ਬਣੇਗਾ, ਬੱਸ ਚੜ ਗਿਆ ਜੀ, ਟਿਕਟਾਂ ਦੇਖੋ, ਫਲਾਨਾ ਕਰੋ, ਚਾਹੇ ਲੋਕਾਂ 'ਚ ਇੱਕ ਪਰਸੈਪਸ਼ਨ ਹੈਗਾ ਵੀ ਸੀ, ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਸੀ। ਪਰ ਜਿਵੇਂ ਫੜ ਬੱਸਾਂ ਰੋਕਤੀਆਂ, ਉਹ 10 ਦਿਨ ਬਾਅਦ ਜਾ ਕੇ ਹਾਈ ਕੋਰਟ ਤੋਂ ਉਲਟ ਹੋ ਗਿਆ ਕੰਮ, ਵੀ ਜਾਓ ਜੀ ਭਾਈ ਤੁਸੀਂ ਸਾਰਿਆਂ ਨੂੰ ਪਿਕ ਐਂਡ ਚੂਜ਼ ਕਰ ਦਿਓ, ਕਾਂਗਰਸੀਆਂ ਦੀਆਂ ਕਿੰਨੀਆਂ ਰੋਕੀਆਂ, ਬਾਕੀਆਂ ਦੀਆਂ ਕਿੰਨੀਆਂ ਰੋਕੀਆਂ, ਆਪਣੀਆਂ ਨਹੀਂ ਰੋਕਦੇ। ਇਹਨੂੰ ਮਤਲਬ ਇਸ ਦਿਖਾਵੇਬਾਜ਼ੀ ਚੋਂ ਕੱਢ ਕੇ ਇੱਕ ਗੰਭੀਰ ਕਿਸਮ ਦੀ ਪਾਲਿਸੀ ਬਣਾਉਣ ਦਾ ਕੁਐਸਚਨ ਹੁੰਦਾ, ਫਿਰ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਨ ਦਾ ਕੁਐਸਚਨ ਵੀ ਹੁੰਦਾ। ਔਰ ਜਿਵੇਂ ਇਸੇ ਕਰਕੇ ਹੋਣਾ ਹੈ, ਇਹਨਾਂ ਨੇ ਕਹਿਤਾ ਵੀ ਅਸੀਂ ਇਹ ਬੱਸਾਂ ਰੋਕ ਦਿਆਂਗੇ ਜੀ, ਤੁਸੀਂ ਟਰਾਂਸਪੋਰਟ ਪਾਲਿਸੀ ਨਵੀਂ ਕਿਉਂ ਨਹੀਂ ਬਣਾਉਂਦੇ ਭਾਈ? ਉਸ ਪਾਲਿਸੀ ਨੂੰ ਫਿਰ ਲਾਗੂ ਕਰਿਓ, ਉਹ ਸਭ ਤੇ ਲਾਗੂ ਹੋਵੇ। ਪਿਕ ਐਂਡ ਚੂਜ਼ ਜਦੋਂ ਐ ਕਰੋਗੇ ਤਾਂ ਅਦਾਲਤੀ ਸਿਸਟਮ ਜਦੋਂ ਬਾਹਰੇ ਜਾਓਗੇ, ਤੁਹਾਡਾ ਨਹੀਂ, ਤੁਹਾਡੇ ਨਾਲ ਉਹ ਖੜੂਗੀ ਕਿਸੇ ਵੀ ਰੂਪ ਚ। ਕੀ ਇਹ ਅਜੇ ਵੀ ਦਿਖਾਵੇ ਤੋਂ ਬਿਨਾਂ ਨਹੀਂ ਚੱਲ ਸਕਦੇ? ਤੁਸੀਂ ਦਿਖਾਵਾ ਕਰੋ, ਉਸ ਚੀਜ਼ ਦਾ ਕਰੋ ਜਾ ਕੇ। ਹੁਣ ਜਿਵੇਂ ਟੋਲ ਪਲਾਜ਼ੇ ਤੇ ਚੀਫ ਮਿਨਿਸਟਰ ਨੂੰ ਜਾ ਕੇ ਜਿੱਦਣ ਉਹ ਬੰਦੇ ਹੋਣਗੇ ਉੱਥੇ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਦੀ ਲੋੜ, ਇੱਥੇ ਤਾਂ ਪ੍ਰੈਸ ਕਾਨਫਰੰਸ ਨਹੀਂ ਕਰਦਾ, ਟੋਲ ਪਲਾਜ਼ੇ ਤੇ ਜਾ ਕੇ ਕਰੋ। ਉਹ ਇੱਕ ਅਧਿਕਾਰੀ ਨੂੰ ਭੇਜੋ ਉੱਥੇ, ਭਾਈ ਇੱਥੇ ਕਰਦੇ ਚੰਡੀਗੜ੍ਹ ਚ ਵੀ ਆਹ ਟੋਲ ਪਲਾਜ਼ੇ ਨੇ, ਇਹ ਅੱਜ ਬੰਦ ਨੇ, ਫਲਾਣੇ ਦਿਨ ਬੰਦ ਹੋਣਗੇ, ਫਲਾਣੇ ਦਿਨ ਬੰਦ ਹੋਣਗੇ, ਫਲਾਣੇ। ਅਸੀਂ ਇਹਨਾਂ ਦੇ ਸਮਝੌਤੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੇ ਇਹਨਾਂ ਨੇ ਰੇਟ ਰਿਵਾਈਜ਼ ਕੀਤੇ, ਜਿਹੜਾ ਇਹਨਾਂ ਨੇ ਬਾਕੀ ਚੀਜ਼ਾਂ ਕੀਤੀਆਂ, ਅਸੀਂ ਉਹ ਸਮਝੌਤੇ ਰਿਵਿਊ ਕਰਾਂਗੇ, ਅਸੀਂ ਬੁਲਾਵਾਂਗੇ, ਜਿਹੜੀਆਂ ਗੱਲਾਂ ਵਾਜਬ ਨੇ ਨਾ ਹੋਈਆਂ ਉਹਨਾਂ ਨੂੰ ਸਮਝੌਤਿਆਂ ਚੋਂ ਕਟਾਵਾਂਗੇ, ਜਿੱਥੇ ਵੀ ਕਿਤੇ ਹੇਰਾਫੇਰੀ ਹੋਈ ਉਹਨੂੰ ਕਰਾਂਗੇ। ਸਰਕਾਰ ਦਾ ਕੰਮ ਇਹ ਹੈ, ਸਰਕਾਰ ਦਾ ਕੰਮ ਇਹ ਨਹੀਂ ਹੈ ਕਿ ਜੀ ਮੈਂ ਇੱਕ ਤੋਂ ਬਿਆਨ ਦੇਣਾ, ਦੂਜਾ ਬਿਆਨ ਦੇਣਾ, ਬਿਆਨ ਦੇ ਕੇ ਜਿਹੜੀ ਪਬਲਿਕ ਕੰਜ਼ੰਪਸ਼ਨ ਕਰਨੀ ਹੈ। ਸਰਕਾਰ ਦਾ ਕੰਮ ਇਹ ਹੈ, ਪਰ ਸਰਕਾਰ ਆਪਣੇ ਕੰਮ ਨਹੀਂ ਕਰਦੀ। ਜਦੋਂ ਸਰਕਾਰ ਕੰਮ ਨਹੀਂ ਕਰਦੀ ਤਾਂ ਉਹਦੇ ਪਰ ਸਵਾਲ ਹੁੰਦੇ ਨੇ ਤੇ ਸਵਾਲਾਂ ਤੇ ਚਰਚਾ ਹੁੰਦੀ ਹੈ। ਇਸੇ ਲਈ ਅਸੀਂ ਅੱਜ ਬਕਾਇਦਾ ਇਹ ਚਰਚਾ ਲੈ ਕੇ ਹਾਜ਼ਰ ਸੀ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਧੰਨਵਾਦ ਭਾਜੀ।